ਜੀ ਨੂੰ ਹੁਣ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ 7:30 ਵਜੇ ਤੱਕ ਸਰਵਣ ਕਰਾਉਣ ਸਤਿਕਾਰ ਪੰਥ ਦੇ ਪ੍ਰਸਿੱਧ ਕਥਾਵਾਚਕ ਅਤੀ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ, ਮੁੱਖ ਪ੍ਰਚਾਰਕ ਬਾਬਾ ਬੁੱਢਾ ਦਲ 96 ਕਰੋੜੀ। ਸੋ ਬੜੇ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ ਇੱਕ ਮਨ ਚਿੱਤ ਹੋ ਕੇ ਗੁਰੂ ਜਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸ਼ਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੈ ਦੰਗਿਓ ਹਮ ਕਿਮ ਟਰੈ, ਦੰਗੋ ਹਮਾਰੀ ਜਾਤ। ਦੰਗਾ ਖਾਤਰ ਹਮ ਕੀਏ, ਸ੍ਰੀ ਸਤਿਗੁਰ ਜੀ ਆਪ। ਕਹੈ ਦੰਗਿਓ ਹਮ ਕਿਮ ਟਰੈ, ਦੰਗੋ ਹਮਾਰੀ ਜਾਤ। ਦੰਗਾ ਖਾਤਰ ਹਮ ਕੀਏ, ਸ੍ਰੀ ਸਤਿਗੁਰ ਜੀ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਇਹ ਸਮਾਂ ਪ੍ਰਾਪਤ ਹੋਇਆ। ਸਮੇਂ ਨੂੰ ਸਫਲਾ ਕਰੀਏ। ਬੇਨਤੀ ਹੈ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਦੇ ਨਾਲ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੈ ਦੰਗਿਓ ਹਮ ਕਿਮ ਟਰੈ, ਦੰਗੋ ਹਮਰੀ ਜਾਤ। ਗੁਰੂ ਸਰੂਪ ਗੁਰੂ ਖਾਲਸਾ ਜੀ, ਬੀਤੇ ਦਿਨੀ
ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਬਾਬਾ ਤਾਰਾ ਸਿੰਘ ਜੀ ਵਾਂ ਵਾਲਿਆਂ ਦਾ ਇਤਿਹਾਸ ਆਰੰਭ ਹੋਇਆ ਸੀ। ਤੇ ਬਾਬਾ ਤਾਰਾ ਸਿੰਘ ਜੀ ਜਿਹੜੇ ਕਿ ਬੜੇ ਹੀ ਗੁਰੂ ਕੀ ਬਾਣੀ ਦੇ ਉੱਤੇ ਅਥਾਹ ਭਰੋਸਾ ਰੱਖਦੇ ਤੇ ਸਦਾ ਖਾਲਸਾ ਪੰਥ ਵਾਸਤੇ ਜੂਝਣ ਵਾਸਤੇ ਵੀ ਤਿਆਰ ਰਹਿੰਦੇ। ਬਾਬਾ ਤਾਰਾ ਸਿੰਘ ਜੀ ਹੁਣ ਕਹਿੰਦੇ, ਕਹੈ ਦੰਗਿਓ ਹਮ ਕਿਮ ਟਰੈ, ਦੰਗੋ ਹਮਰੀ ਜਾਤ, ਕਿ ਗੁਰੂ ਕਾ ਖਾਲਸਾ ਕਦੇ ਵੀ ਰਣ ਤੱਤੇ ਦੇ ਅੰਦਰ ਜੂਝਣ ਤੋਂ ਪਿੱਛੇ ਨਹੀਂ ਹਟਦਾ, ਕਿਉਂਕਿ ਸਤਿਗੁਰਾਂ ਨੇ ਖਾਲਸੇ ਨੂੰ ਬਹਾਦਰ ਬਣਾਇਆ, ਸਤਿਗੁਰਾਂ ਨੇ ਖਾਲਸੇ ਨੂੰ ਸਿਪਾਹੀ ਬਣਾਇਆ। ਇਸ ਕਰਕੇ ਖਾਲਸੇ ਨੂੰ ਤੇ ਗੁੜਤੀ ਹੀ ਖੰਡੇ ਦੀ ਮਿਲੀ ਹੈ ਤੇ ਖਾਲਸਾ ਕਦੇ ਵੀ ਜੂਝਣ ਤੋਂ ਪਿੱਛੇ ਨਹੀਂ ਹਟਦਾ। ਦੰਗਾ ਖਾਤਰ ਹਮ ਕੀਏ ਸ੍ਰੀ ਸਤਿਗੁਰ ਜੀ ਆਪ। ਬਾਬਾ ਤਾਰਾ ਸਿੰਘ ਜੀ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦੰਗੇ ਵਾਸਤੇ ਸ਼ੁਰੂ ਕੀਤਾ। ਭਾਵ ਕਿ ਖਾਲਸਾ ਸੋ ਕਰੈ ਨਿਤ ਜੰਗ, ਜਿਹੜਾ ਉਹੀ ਖਾਲਸਾ ਜਿਹੜਾ ਰੋਜ਼ ਜੰਗ ਜੁੱਧ ਕਰੇ। ਪਰ ਜੰਗ ਜੁੱਧ ਦਾ ਮਤਲਬ ਇਹ ਨਹੀਂ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ, ਕਿ ਜੰਗ ਜੁੱਧ ਦਾ ਮਤਲਬ ਇਹ ਨਹੀਂ ਕਿ ਆਪਣੇ ਨਾਲ ਦੇ ਗਵਾਂਢੀਆਂ ਦੇ ਨਾਲ ਸੱਜਣਾ ਮਿੱਤਰਾਂ ਨਾਲ ਲੜਾਈ ਕਰਨ ਲੱਗ ਜਾਵੇ। ਜੰਗ ਜੁੱਧ ਦਾ ਮਤਲਬ ਇਹ ਹੈ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਮਲਾ ਕਰੇ, ਜਦੋਂ ਕਾਮ ਹਮਲਾ ਕਰੇ ਤੇ ਗੁਰੂ ਕਾ ਖਾਲਸਾ ਕਾਮ ਨੂੰ ਜਿੱਤ ਲਵੇ, ਕ੍ਰੋਧ ਨੂੰ ਜਿੱਤ ਲਵੇ, ਲੋਭ ਮੋਹ ਹੰਕਾਰ ਨੂੰ ਜਿੱਤ ਲਵੇ। ਤੇ ਜਦੋਂ ਪੰਜੇ ਵਿਕਾਰਾਂ ਨਾਲ ਨਿਤ ਜੰਗ ਹੋਵੇ, ਪੰਜੇ ਵਿਕਾਰਾਂ ਨੂੰ ਜਿੱਤ ਕਰਕੇ ਫਿਰ ਇਹ ਸਤਿਗੁਰੂ ਦੇ ਨਾਮ ਦੇ ਵਿੱਚ ਸੁਰਤ ਨੂੰ ਜੋੜੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸਿੱਖੀ ਦਿੱਤੀ ਕਿ ਖਾਲਸੇ ਨੇ ਪਹਿਲਾਂ ਅੰਦਰ ਦੀ ਲੜਾਈ ਕਰਨੀ ਹੈ। ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਪਹਿਲਾਂ ਆਪਣੇ ਮਨ ਦੇ ਅੰਦਰ ਬੁਰਾਈ ਨੂੰ ਮਾਰਨਾ ਹੈ, ਆਪਣੇ ਅੰਦਰ ਵਿਕਾਰਾਂ ਨੂੰ ਮਾਰਨਾ ਹੈ, ਨਿੰਦਿਆ ਚੁਗਲੀ ਨੂੰ ਮਾਰਨਾ ਹੈ। ਤੇ ਜੇ ਬਾਹਰ ਕੋਈ ਕਿਸੇ ਦੇ ਉੱਤੇ ਪਾਪ ਕਮਾ ਰਿਹਾ, ਜ਼ੁਲਮ ਕਰ ਰਿਹਾ, ਉੱਥੇ ਵੀ ਖਾਲਸੇ ਨੇ ਪਿੱਠ ਨਹੀਂ ਵਿਖਾਉਣੀ, ਉੱਥੇ ਵੀ ਅਤ ਹੀ ਰਣ ਮੈਂ ਤਬ ਜੂਝ ਮਰੋ, ਉੱਥੇ ਜਾ ਕਰਕੇ ਵੀ ਖਾਲਸੇ ਨੇ ਜੂਝਣਾ ਹੈ। ਚਉਪਈ ਦੰਗਾ ਹੀ ਤੇ ਪਯੁਗ ਪਾਤਸ਼ਾਹੀ। ਬਾਬਾ ਤਾਰਾ ਸਿੰਘ ਜੀ ਕਹਿੰਦੇ ਬਿਨਾਂ ਦੰਗਿਆਂ ਕਿੱਤਿਆਂ ਰਾਜ ਨਹੀਂ ਮਿਲਦਾ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ, ਕਉ ਕਿਸੀ ਕੋ ਰਾਜ ਨਾ ਦੈ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਵੀ ਕੋਈ ਵੀ ਬੈਠੇ ਬਿਠਾਏ ਆ ਕਰਕੇ ਤੁਹਾਨੂੰ ਰਾਜ ਨਹੀਂ ਦੇ ਸਕਦਾ। ਜੇ ਰਾਜ ਲੈਣਾ ਤੇ ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ ਹੀ ਰਾਜ ਲਿਆ ਸਕਦਾ, ਕਦੇ ਕੋਈ ਝੋਲੀ ਵਿੱਚ ਰਾਜ ਨਹੀਂ ਪਾਉਂਦਾ। ਤੇ ਜੇ ਇਤਿਹਾਸ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਰਾਜ ਸਥਾਪਿਤ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ, ਅਕਾਲੀ ਬਾਬਾ ਫੂਲਾ ਸਿੰਘ ਜੀ ਨੇ, ਸਰਦਾਰ ਹਰੀ ਸਿੰਘ ਨਲੂਏ ਨੇ, ਸਰਦਾਰ ਜੋਰਾਵਰ ਸਿੰਘ ਸ਼ਹੀਦ ਨੇ, ਤੇ ਉਹਨਾਂ ਨੇ ਜੰਗ ਜੁੱਧ ਕਰਕੇ ਰਾਜ ਸਥਾਪਿਤ ਕੀਤਾ। ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਦਾਰ ਜੋਰਾਵਰ ਸਿੰਘ ਸ਼ਹੀਦ ਹੋਏ। ਅੱਜ ਵੀ ਉਹਨਾਂ ਦਾ ਲੇਹ ਲਦਾਖ ਦੇ ਵਿੱਚ ਅਸਥਾਨ ਹੈ। ਤੇ ਕਹਿੰਦੇ ਬਲੋਚਿਸਤਾਨ ਤੱਕ, ਤੁਰਕਮਨਿਸਤਾਨ ਤੱਕ, ਅਫਗਾਨਿਸਤਾਨ ਨੂੰ ਜਿਨ੍ਹਾਂ ਨੂੰ ਕੋਈ ਅੱਜ ਤੱਕ ਜਿੱਤ ਨਹੀਂ ਸਕਿਆ, ਸਰਦਾਰ ਜੋਰਾਵਰ ਸਿੰਘ ਸ਼ਹੀਦ ਨੇ ਬਲੋਚਿਸਤਾਨ, ਤੁਰਕਮਨਿਸਤਾਨ, ਤਿੱਬਤ ਤੱਕ, ਅਫਗਾਨਿਸਤਾਨ ਤੱਕ ਖਾਲਸਾ ਪੰਥ ਦੇ ਨਿਸ਼ਾਨ ਝੁਲਾਏ ਸਨ। ਤੇ ਦੂਸਰਾ, ਜਦੋਂ ਸ਼ਹੀਦੀ ਹੋਈ, ਸ਼ਹਾਦਤ ਤੋਂ ਬਾਅਦ ਉਸ ਧਰਤੀ ਦੇ ਉੱਤੇ ਲੇਹ ਲਦਾਖ ਤੇ ਬਾਬਾ ਜੋਰਾਵਰ ਸਿੰਘ ਸ਼ਹੀਦ ਦਾ ਅਸਥਾਨ ਬਣਾਇਆ ਗਿਆ। ਤੇ ਕਹਿੰਦੇ ਉਸ ਇਲਾਕੇ ਵਿੱਚ ਅੱਜ ਵੀ ਜਦੋਂ ਕੋਈ ਇਸਤਰੀ, ਔਰਤ, ਬੀਬੀ ਗਰਭਵਤੀ ਹੁੰਦੀ ਹੈ, ਮਾਂ ਬਣਨ ਵਾਲੀ ਹੁੰਦੀ ਹੈ, ਤੇ ਕਹਿੰਦੇ ਸਰਦਾਰ ਜੋਰਾਵਰ ਸਿੰਘ ਸ਼ਹੀਦ ਦੇ ਬੁੱਤ ਦੇ ਸਾਹਮਣੇ ਖੜ ਕੇ ਇੱਕ ਅਰਦਾਸ ਜ਼ਰੂਰ ਕਰਦੀ ਹੈ ਕਿ ਰੱਬਾ, ਜੇ ਮੇਰੇ ਘਰ ਦੇ ਵਿੱਚ ਔਲਾਦ ਭੇਜਣੀ ਹੈ ਤੇ ਸਰਦਾਰ ਜੋਰਾਵਰ ਸਿੰਘ ਸ਼ਹੀਦ ਵਰਗੀ ਭੇਜੀ, ਜਿਹੜਾ ਦੂਸਰਿਆਂ ਦੀ ਧੀਆਂ ਦੀ ਇੱਜ਼ਤ ਵਾਸਤੇ ਕੁਰਬਾਨ ਹੋ ਜਾਵੇ, ਬਲਕਿ ਕਿਸੇ ਦੀ ਧੀ ਭੈਣ ਦੇ ਉੱਤੇ ਮਾੜੀ ਨਿਗਾਹ ਨਾਲ ਨਾ ਵੇਖੇ। ਸੋ ਐਸੇ ਐਸੇ ਸੂਰਬੀਰ ਯੋਧੇ ਖਾਲਸਾ ਪੰਥ ਵਿੱਚ ਹੋਏ। ਉਸੇ ਤਰ੍ਹਾਂ ਬਾਬਾ ਤਾਰਾ ਸਿੰਘ ਜੀ ਕਹਿੰਦੇ ਬਿਨਾਂ ਦੰਗੇ ਕੀਤਿਆਂ, ਬਿਨਾਂ ਜੰਗ ਜੁੱਧ ਕੀਤਿਆਂ ਰਾਜ ਨਹੀਂ ਮਿਲਦੇ। ਰਾਜ ਮਿਲਦੇ ਨੇ ਸ਼ਸਤਰਾਂ ਦੇ ਨਾਲ, ਰਾਜ ਮਿਲਦੇ ਨੇ ਆਪਣੀ ਤਾਕਤ ਦੇ ਨਾਲ।
ਦੰਗਾ ਹੀ ਤੇ ਹੋਗ ਸੀਸ ਲਾਈ। ਤੇ ਹੁਣ ਅਸੀਂ ਤਾਂ ਮਿੱਥ ਲਿਆ ਹੈ ਕਿ ਦੰਗਾ ਕਰਕੇ, ਜੰਗ ਜੁੱਧ ਕਰਕੇ ਇਹ ਜੋ ਸੀਸ ਹੈ ਇਹ ਧਰਮ ਜੁੱਧ ਦੇ ਲੇਖੇ ਲਾਵਾਂਗੇ। ਬਿਨ ਦੰਗਾ ਕੋ ਪੁੱਛਾ ਨਾ ਬਾਤ। ਤੇ ਜਿਹਦੇ ਕੋਲ ਦੰਗਾ ਨਾ ਹੋਵੇ, ਤਾਕਤ ਨਾ ਹੋਵੇ, ਬਲ ਨਾ ਹੋਵੇ, ਖਾਲਸਾ ਜੀ ਜੇ ਜੰਗਲ ਦੇ ਵਿੱਚ ਬੱਬਰ ਸ਼ੇਰ ਦਹਾੜ ਮਾਰਨੀ ਛੱਡ ਦਵੇ ਤੇ ਬੱਬਰ ਸ਼ੇਰ ਦੀ ਹਸਤੀ ਮਿਟ ਜਾਂਦੀ ਹੈ। ਇਸੇ ਤਰ੍ਹਾਂ ਜੇ ਕਹਿੰਦੇ ਜਿਹੜੇ ਗੁਰੂ ਕੇ ਸਿੰਘ ਨੇ ਆਪਣੇ ਆਪ ਦੀ ਤਾਕਤ ਨੂੰ ਛੱਡ ਦੇਣ, ਸ਼ਸਤਰਾਂ ਤੋਂ ਮੁਨਕਰ ਹੋ ਜਾਣ ਤੇ ਹਸਤੀ ਮਿਟ ਸਕਦੀ ਹੈ। ਬਾਬਾ ਤਾਰਾ ਸਿੰਘ ਕਹਿੰਦੇ ਇਸੇ ਕਰਕੇ ਬਿਨਾਂ ਦੰਗੇ ਤੋਂ, ਬਿਨਾਂ ਤਾਕਤ ਤੋਂ ਸੰਸਾਰ ਤੇ ਕੋਈ ਵੀ ਤੁਹਾਡੀ ਬਾਤ ਨਹੀਂ ਪੁੱਛਦਾ। ਹਮ ਦੰਗੋ ਮਚਾਵਾਂ ਯੋ ਲੱਖ ਘਾਤ। ਬਾਬਾ ਤਾਰਾ ਸਿੰਘ ਜੀ ਕਹਿੰਦੇ ਹੁਣ ਅਸੀਂ ਦੰਗਾ ਮਚਾਵਾਂਗੇ ਤੇ ਦੰਗਾ ਮਚਾ ਕਰਕੇ ਲੱਖਾਂ ਹੀ ਤੁਰਕਾਂ ਦਾ ਖਾਤਮਾ ਕਰਾਂਗੇ। ਦੋਹਰਾ ਪੁੱਤੋ ਨਸ਼ਹਿਰੋ ਪੁਰ ਵੱਡੋ, ਮਧ ਪੰਨੂ ਜੱਟ ਬਸਾਹੇ। ਖਾਲਸਾ ਜੀ ਅੰਮ੍ਰਿਤਸਰ ਸਾਹਿਬ ਤੋਂ ਥੋੜਾ ਅਗਾਂਹ ਜਾ ਕਰਕੇ ਹਰੀ ਕੇ ਪੱਤਣ ਸ਼ਹਿਰ ਹੈ ਤੇ ਇਨ੍ਹਾਂ ਸ਼ਹਿਰਾਂ ਦੇ ਵਿਚਕਾਰ ਖਾਲਸਾ ਜੀ ਇੱਕ ਨੌਸ਼ਹਿਰਾ ਪੰਨੂਆ ਪਿੰਡ ਹੈ। ਉਸ ਪਿੰਡ ਦੇ ਵਿੱਚ ਪੰਨੂ ਜੱਟ ਬਰਾਦਰੀ ਦੇ ਬਹੁਤਾਤ ਵਿੱਚ ਸੱਜਣ ਵਸਿਆ ਕਰਦੇ ਸੀ। ਇਸ ਕਰਕੇ ਪਿੰਡ ਦਾ ਨਾਮ ਨੌਸ਼ਹਿਰਾ ਪੰਨੂਆ ਪੈ ਜਾਂਦਾ ਹੈ। ਹੁਣ ਨੌਸ਼ਹਿਰਾ ਪੰਨੂਆ ਬਾਰੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਦੱਸਣ ਲੱਗੇ ਨੇ। ਸਾਹਿਬ ਰਾਏ ਬੱਡ ਚੌਧਰੀ ਪੁੱਤੋ ਉਸਾ ਕੇ ਮਾਹੇ। ਕਹਿੰਦੇ ਇੱਕ ਸਾਹਿਬ ਰਾਏ ਚੌਧਰੀ ਹੈ ਮੁਗਲ ਹਕੂਮਤ ਦਾ, ਇਹ ਨੌਸ਼ਹਿਰੇ ਪੰਨੂਆ ਦੇ ਵਿੱਚ ਇਹਨੇ ਆਪਣਾ ਡੇਰਾ ਕੀਤਾ ਹੈ। ਚੌਪਈ ਦੋਏ ਘੋੜੀ ਉਸ ਘਰ ਥੀ ਚੰਗੀ। ਕਹਿੰਦੇ ਸਾਹਿਬ ਰਾਏ ਚੌਧਰੀ ਦੇ ਘਰ ਦੇ ਵਿੱਚ 2 ਘੋੜੀਆਂ ਸਨ, ਬੜੀ ਵਧੀਆ ਨਸਲਾਂ ਦੀਆਂ ਇਹਨੇ 2 ਘੋੜੀਆਂ ਰੱਖੀਆਂ ਹੋਈਆਂ ਸਨ। ਪਰ ਖੇਤੀ ਚਰਾਵਤ ਨਹਿ ਸੰਗੀ। ਪਰ ਬੜਾ ਚਲਾਕ ਸੀ, ਬੇਈਮਾਨ ਸੀ। ਕਹਿੰਦੇ ਆਪਣੇ ਨੌਕਰਾਂ ਨੂੰ ਹੁਕਮ ਦੇ ਦਿੰਦਾ ਸੀ ਕਿ ਜਿਹੜੇ ਮਾੜੇ ਗੁਰਬੇ ਦੇ ਲੋਕ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਇਹ ਘੋੜੀਆਂ ਲੈ ਜਾਓ ਤਾਂ ਕਿ ਘੋੜੀਆਂ ਚਰ ਕੇ ਆ ਜਾਣ। ਤਹ ਭੀ ਦੋਏ ਸਿੰਘ ਖੇਤੀ ਕਰਾਵਤ। ਤੇ ਹੁਣ ਨੌਸ਼ਹਿਰੇ ਪੰਨੂਆ ਪਿੰਡ ਦੇ ਵਿੱਚ 2 ਸਿੰਘ ਸਨ, ਉਹਨਾਂ ਦੀ ਵੀ ਖੇਤ ਸਨ, ਉਹ ਵੀ ਉਸ ਸਥਾਨ ਤੇ ਖੇਤੀ ਕਰਿਆ ਕਰਦੇ ਸਨ। ਸੋ ਘੋੜੀ ਚੌਧਰੀ ਚਰ ਜਾਵਤ। ਕਹਿੰਦੇ ਉਹਨਾਂ ਦੇ ਖੇਤਾਂ ਦੇ ਵਿੱਚ ਇੱਕ ਦਿਨ ਸਾਹਿਬ ਰਾਏ ਚੌਧਰੀ ਦੀਆਂ 2 ਘੋੜੀਆਂ ਉਹਦੇ ਨੌਕਰ ਲੈ ਕਰਕੇ ਆ ਗਏ ਤੇ ਜਿਹੜੇ ਗੁਰੂ ਕੇ ਸਿੰਘ ਸੀ ਉਹਨਾਂ ਦੀ ਫਸਲ, ਉਹਨਾਂ ਦੀ ਖੇਤੀ ਸਾਰੀ ਖਰਾਬ ਕਰ ਗਏ। ਤਉ ਸਿੰਘ ਸਾਹਿਬ ਰਾਏ ਪਹਿ ਗਏ। ਕਹਿੰਦੇ ਫਿਰ ਉਹ ਗੁਰੂ ਕੇ ਦੋਵੇਂ ਸਿੰਘ ਸਾਹਿਬ ਰਾਏ ਚੌਧਰੀ ਦੇ ਕੋਲ ਗਏ। ਬੰਨੋ ਘੋੜੀ ਤਉ ਹਮ ਖੇਤ ਰਹੇ। ਤੇ ਜਾ ਕੇ ਕਹਿੰਦੇ ਚੌਧਰੀਆ ਆਪ ਦੀਆਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰ, ਇਹ ਸਾਡੇ ਖੇਤਾਂ ਵਿੱਚ ਆ ਕਰਕੇ ਸਾਡੀ ਫਸਲ ਖਰਾਬ ਕਰਦੀਆਂ ਨੇ। ਤਉ ਚੌਧਰੀ ਕਹੀ ਸਿੰਘਨ ਉਚਾਰ। ਤੇ ਕਹਿੰਦੇ ਚੌਧਰੀ ਸਾਹਿਬ ਰਾਏ ਨੇ ਜਦੋਂ ਸਿੰਘਾਂ ਦੀ ਗੱਲ ਸੁਣੀ, ਗੱਲ ਸੁਣ ਕਰਕੇ ਚੌਧਰੀ ਕਹਿਣ ਲੱਗਾ ਤੁਮ ਘੋੜੀ ਰਖਾਵੋ ਹਮ ਮੁੰਨ ਚਾਹ ਤੁਮ ਵਾਰੋ। ਕਹਿਣ ਲੱਗਾ ਤੁਸੀਂ ਦੋਵੇਂ ਗੱਲ ਕਰਦੇ ਘੋੜੀਆਂ ਬੰਨ ਕੇ ਰੱਖੋ। ਖਾਲਸਾ ਜੀ ਬੜੇ ਹੰਕਾਰ ਵਿੱਚ ਚੌਧਰੀ ਨੇ ਕਿਹਾ, ਕਹਿੰਦਾ ਮੈਂ ਤੁਹਾਡਾ ਸਿਰ ਮੁੰਨ ਕੇ, ਤੁਹਾਡੇ ਕੇਸ ਕਤਲ ਕਰਕੇ, ਕਹਿੰਦਾ ਤੁਹਾਡੇ ਕੇਸਾਂ ਦਾ ਰੱਸਾ ਬਣਾ ਕਰਕੇ ਉਹਦੇ ਨਾਲ ਘੋੜੀਆਂ ਬੰਨ ਕੇ ਵਿਖਾਵਾਂਗਾ। ਇਸ ਤਰ੍ਹਾਂ ਇਹਨੇ ਬੜੇ ਹੰਕਾਰ ਦੇ ਵਿੱਚ ਸਿੰਘਾਂ ਦੇ ਕੇਸਾਂ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਸੁਨ ਸਿੰਘਨ ਤਨ ਮਨ ਲੱਗੇ ਆਗ। ਜਦੋਂ ਸਾਹਿਬ ਰਾਏ ਚੌਧਰੀ ਨੇ ਕੇਸਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਕਹੇ, ਕਹਿੰਦੇ ਦੋਵੇਂ ਸਿੰਘਾਂ ਨੂੰ ਬਹੁਤ ਤਨ ਦੇ ਵਿੱਚ ਅੱਗ ਲੱਗੀ, ਭਾਵ ਬਹੁਤ ਗੁੱਸਾ ਆਇਆ, ਬਹੁਤ ਕ੍ਰੋਧ ਆਇਆ। ਕਹਾਂ ਕਰੈ ਕਿਛ ਕਾਬੂ ਨਾ ਲਾਗ। ਕਹਿਣ ਲੱਗੇ ਸ਼ੁਕਰ ਕਰ ਕਿ ਹਜੇ ਅਸੀਂ ਤੇਰੇ ਨਾਲ ਜੰਗ ਕਰਨ ਨਹੀਂ ਲਿਆਏ, ਪਰ ਜੇ ਤੂੰ ਆਪਣੀ ਭੱਦੀ ਸ਼ਬਦਾਵਲੀ ਨਾ ਰੋਕੀ, ਸਿੰਘਾਂ ਪ੍ਰਤੀ ਇਹ ਸੋਚ ਨਾ ਬਦਲੀ, ਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਿਸ ਦਿਨ ਤੈਨੂੰ ਮੌਤ ਦੇ ਘਾਟ ਉਤਾਰਾਂਗੇ। ਬਹੁ ਟੱਬਰਦਾਰੀ ਹੈ ਪਿੰਡ ਮਾਹੇ। ਇੱਕ ਗੁਰੂ ਕਾ ਸਿੰਘ ਨੇ ਤੇਗ ਦੇ ਮੁੱਠੇ ਨੂੰ ਹੱਥ ਪਾਇਆ ਤੇ ਦੂਸਰਾ ਸਿੰਘ ਕਹਿਣ ਲੱਗਾ ਕਿ ਇਸ ਤਰ੍ਹਾਂ ਨਹੀਂ, ਇੱਕ ਰਣਨੀਤੀ ਦੇ ਨਾਲ ਇਸ ਚੌਧਰੀ ਨਾਲ ਬਦਲਾ ਲਵਾਂਗੇ, ਕਿਉਂਕਿ ਜੇ ਹੁਣ ਆਪਾਂ ਬਦਲਾ ਲਿਆ ਤੇ ਹਕੂਮਤ ਸਾਡੇ ਪਰਿਵਾਰਾਂ ਨੂੰ ਤੰਗ ਕਰੇਗੀ।
ਇਸ ਕਰਕੇ ਇੱਕ ਰਣਨੀਤੀ ਨਾਲ ਇੱਕ ਪਲਾਨ ਬਣਾ ਕਰਕੇ ਕਹਿੰਦੇ ਇਹਦਾ ਬਦਲਾ ਲਵਾਂਗੇ। ਨਹੀਂ ਮਾਰ ਮਰਤ ਤੁਮ ਕਉ ਅਬ ਥਾਏ। ਸਿੰਘ ਕਹਿਣ ਲੱਗੇ ਦੂਸਰੇ ਸਿੰਘ ਨੂੰ ਕਿ ਖਾਲਸਾ ਜੀ ਹਜੇ ਸਮਾਂ ਨਹੀਂ, ਇੰਤਜ਼ਾਰ ਕਰੋ, ਰਣਨੀਤੀ ਬਣਾ ਕਰਕੇ ਬਦਲਾ ਜ਼ਰੂਰ ਲਵਾਂਗੇ, ਤੇ ਜੇ ਬਦਲਾ ਨਾ ਲਿਆ ਫਿਰ ਭਾਵੇਂ ਤੁਸੀਂ 1.25 ਲੱਖ ਆ ਕਰਕੇ ਵੀ ਸੋਧਾ ਲਾ ਸਕਦੇ ਹੋ। ਸੋ ਗਏ ਸਿੰਘ ਦੁਖਤ ਭੁਸਿਓ ਗਿਰਾਏ। ਕਹਿੰਦੇ ਦੋਵੇਂ ਸਿੰਘ ਵਾਪਸ ਪਰਤੇ ਆਏ। ਉਤੋ ਬਘੇਲ ਸਿੰਘ ਅਮਰ ਸਿੰਘ ਢਿੱਲੋਂ ਥਾਏ। ਇਹ ਢਿੱਲੋਂ ਗੋਤ ਦੇ ਬਾਬਾ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ, ਇਹ ਦੋ ਸਿੰਘਾਂ ਦਾ ਨਾਮ ਹੈ। ਸਦ ਉਨਕੋ ਦਈ ਘੋੜੀ ਕਢਾਏ। ਖਾਲਸਾ ਜੀ ਇਹਨਾਂ ਦੋਵੇਂ ਸਿੰਘਾਂ ਨੇ ਬਾਬਾ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ ਨੂੰ ਬੁਲਾਇਆ ਤੇ ਇਹਨਾਂ ਨੂੰ ਬੁਲਾ ਕਰਕੇ ਕਿਹਾ ਕਿ ਉਹਦੀਆਂ ਘੋੜੀਆਂ ਕੱਢ ਕੇ ਲੈ ਆਓ। ਸ਼ੇਰ ਪੰਜਾ ਕਰਕੇ ਭਾਵ ਕਿ ਉਹਦੀਆਂ ਘੋੜੀਆਂ ਬਿਨਾਂ ਪੁੱਛਿਆਂ ਖੋਲ ਕੇ ਲੈ ਆਓ। ਉਹਨੇ ਅੱਗੇ ਦਈ ਘਰਿਆਲੇ ਪੁਚਾਏ। ਖਾਲਸਾ ਜੀ ਹੁਣ ਜਦੋਂ ਬਾਬਾ ਬਘੇਲ ਸਿੰਘ ਬਾਬਾ ਅਮਰ ਸਿੰਘ ਹੋਣਾ ਨੇ ਸ਼ੇਰ ਪੰਜਾ ਕਰਕੇ ਜਾ ਕਰਕੇ ਘੋੜੀਆਂ ਬਿਨਾਂ ਪੁੱਛਿਆਂ ਖੋਲ ਕੇ ਲੈ ਆਏ, ਉਹਨਾਂ ਅੱਗੇ ਘੜਿਆਲ ਪਿੰਡ ਸੀ, ਉੱਥੇ ਖਾਲਸਾ ਜੀ ਘੋੜੀਆਂ ਪਹੁੰਚਾ ਦਿੱਤੀਆਂ। ਦੋਹਰਾ ਅੱਗੋਂ ਲੈ ਲਖਮੀਰ ਸਿੰਘ ਸੰਧੂ ਜੰਗਲ ਵੇਚੀ ਜਾਏ। ਹੁਣ ਅੱਗੇ ਸੀ ਲਖਮੀਰ ਸਿੰਘ ਸੰਧੂ। ਕਹਿੰਦੇ ਇਹ ਲਖਮੀਰ ਸਿੰਘ ਸੰਧੂ ਨੂੰ ਬਾਬਾ ਬਘੇਲ ਸਿੰਘ ਅਮਰ ਸਿੰਘ ਹੋਣਾ ਨੇ ਘੋੜੀਆਂ ਦੇ ਦਿੱਤੀਆਂ ਤੇ ਲਖਮੀਰ ਸਿੰਘ ਨੇ ਜਾ ਕਰਕੇ ਜੰਗਲ ਦੇ ਵਿੱਚ ਉਸ ਚੌਧਰੀ ਦੀਆਂ ਘੋੜੀਆਂ ਵੇਚ ਦਿੱਤੀਆਂ। ਫਿਰ ਬਾਏ ਤਾਰਾ ਸਿੰਘ ਪਹਿ ਦਏ ਲੰਗਰ ਪੈਸੇ ਪਾਏ। ਤੇ ਘੋੜੀਆਂ ਨੂੰ ਵੇਚ ਕੇ ਜੋ ਮਾਇਆ ਆਈ ਸੀ ਉਹ ਕਹਿੰਦੇ ਬਾਬਾ ਤਾਰਾ ਸਿੰਘ ਵਾਂ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਨੇ, ਕਹਿੰਦੇ ਬਾਬਾ ਤਾਰਾ ਸਿੰਘ ਹੋਣਾ ਦੇ ਕੋਲ ਮਾਇਆ ਲੈ ਕਰਕੇ ਚਲੇ ਗਏ ਲੰਗਰ ਵਾਸਤੇ, ਸੇਵਾ ਵਾਸਤੇ, ਗੁਰੂ ਕੇ ਸਿੰਘਾਂ ਵਾਸਤੇ। ਉਹਨਾਂ ਨੂੰ ਜਾ ਕਰਕੇ ਮਾਇਆ ਦੇ ਦਿੱਤੀ। ਚੌਪਈ ਮਗਰ ਸਾਹਿਬ ਰਾਏ ਸੇਲੂ ਦੌੜੇ। ਤੇ ਕਹਿੰਦੇ ਹੁਣ ਜਿਹੜਾ ਸਾਹਿਬ ਰਾਏ ਚੌਧਰੀ ਸੀ, ਪਤਾ ਲੱਗਾ ਕਿ ਘੋੜੀਆਂ ਖੋਲੀਆਂ ਗਈਆਂ, ਘੋੜੀਆਂ ਚੋਰੀ ਹੋ ਗਈਆਂ, ਕਹਿੰਦੇ ਉਹ ਵੀ ਫਿਰ ਘੋੜੀਆਂ ਨੂੰ ਪਤਾ ਕਰਨ ਵਾਸਤੇ ਮਗਰੇ ਦੌੜਦਾ ਹੈ। ਲੈ ਪੁੱਜੇ ਖੋਜ ਸੋ ਭੀ ਤਿਸ ਠੌੜੇ। ਤੇ ਕਹਿੰਦੇ ਖੋਜ ਕਰਦਾ ਹੈ ਕਿ ਮੇਰੀਆਂ ਘੋੜੀਆਂ ਖੋਲ ਕੇ ਕੌਣ ਲੈ ਗਿਆ। ਉਸ ਖੋਜੀ ਸਿੰਘ ਚੋਰ ਬਣਾਏ। ਖਾਲਸਾ ਜੀ ਹੁਣ ਖੋਜ ਕਰਕੇ ਉਹਨੂੰ ਪਤਾ ਲੱਗ ਗਿਆ ਵੀ ਚੋਰੀ ਕਿਸੇ ਹੋਰ ਨੇ ਨਹੀਂ, ਗੁਰੂ ਕਿਆਂ ਸਿੰਘਾਂ ਨੇ ਕੀਤੀ ਹੈ। ਉਨ ਸਿੰਘਨ ਲੋਕਨ ਨਾ ਠੌਰ ਲਭਾਏ। ਕਹਿੰਦਾ ਆਪਣੇ ਨੌਕਰਾਂ ਨੂੰ ਕਿ ਜਾ ਕਰਕੇ ਉਹਨਾਂ ਸਿੰਘਾਂ ਦਾ ਪਤਾ ਕਰੋ ਜਿਹੜੇ ਘੋੜੀਆਂ ਖੋਲ ਕਰਕੇ ਲੈ ਗਏ ਨੇ, ਤੇ ਉਹ ਕਿਤੇ ਵੀ ਲੁਕ ਕੇ ਨਾ ਬੈਠ ਸਕਣ, ਇਸ ਕਰਕੇ ਦਿਨ ਰਾਤ ਕਰਕੇ ਉਹਨਾਂ ਦੀ ਤਲਾਸ਼ ਕਰੋ। ਤੇ ਨੱਠ ਆਏ ਬਹੇ ਤਾਰੇ ਸਿੰਘ ਪਾਸ। ਪਰ ਹੁਣ ਦੋਵੇਂ ਗੁਰੂ ਕੇ ਸਿੰਘ ਸੀ ਜਿਹੜੇ ਬਾਬਾ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ, ਉਹ ਬਾਬਾ ਤਾਰਾ ਸਿੰਘ ਵਾਂ ਵਾਲਿਆਂ ਦੇ ਬੁੰਗੇ ਵਿੱਚ ਆ ਗਏ ਤੇ ਬਾਬਾ ਤਾਰਾ ਸਿੰਘ ਹੋਣਾ ਕੋਲ ਆ ਕਰਕੇ ਸਥਾਨ ਦੇ ਵਿੱਚ ਵਿਸ਼ਰਾਮ ਕਰਨ ਲੱਗੇ। ਵਹ ਜੋ ਜੀਵਨ ਰੱਖੇ ਨਾ ਆਸ। ਤੇ ਬਾਬਾ ਤਾਰਾ ਸਿੰਘ ਤੇ ਪਹਿਲਾਂ ਹੀ ਜੀਵਨ ਦੀ ਆਸ ਨਹੀਂ ਸਨ ਰੱਖਦੇ, ਉਹ ਤਾਂ ਪਹਿਲਾਂ ਹੀ ਮਰਨ ਵਾਸਤੇ ਤਿਆਰ ਰਹਿੰਦੇ ਨੇ। ਤਹ ਹੀ ਆਪ ਸਾਹਿਬ ਰਾਏ ਆਇਆ। ਹੁਣ ਸਾਹਿਬ ਰਾਏ ਚੌਧਰੀ ਵੀ ਪਤਾ ਲੱਗਾ ਕਿ ਬਘੇਲ ਸਿੰਘ ਅਮਰ ਸਿੰਘ ਨੇ ਜਿਨ੍ਹਾਂ ਘੋੜੀਆਂ ਖੋਲੀਆਂ ਤੇ ਉਹ ਬਾਬਾ ਤਾਰਾ ਸਿੰਘ ਵਾਹ ਵਾਲੇ ਦੇ ਬੁੰਗੇ ਵਿੱਚ ਨੇ। ਕਹਿੰਦੇ ਸਾਹਿਬ ਰਾਏ ਚੌਧਰੀ ਵੀ ਬਾਬਾ ਤਾਰਾ ਸਿੰਘ ਹੋਣਾ ਦੇ ਬੁੰਗੇ ਵਿੱਚ ਆਇਆ। ਆਏ ਤਾਰੇ ਸਿੰਘ ਬੋਲ ਸੁਨਾਇਆ। ਤੇ ਆ ਕਰਕੇ ਬਾਬਾ ਤਾਰਾ ਸਿੰਘ ਜੀ ਨੂੰ ਬੜੇ ਕ੍ਰੋਧ ਵਿੱਚ ਕਹਿਣ ਲੱਗਾ, ਹਮਰੇ ਦੇਹੋ ਤੂੰ ਚੋਰ ਫੜਾਏ। ਕਹਿੰਦਾ ਮੇਰੇ ਜਿਹੜੇ ਚੋਰ ਨੇ ਜੋ ਮੇਰੀਆਂ ਘੋੜੀਆਂ ਚੋਰੀ ਕਰਕੇ ਭੱਜੇ ਨੇ, ਕਹਿੰਦਾ ਉਹ ਚੋਰ ਮੇਰੇ ਹਵਾਲੇ ਕਰ ਦੇ। ਨਹਿ ਦੇਖੈ ਲੈਉ ਲਾਹੌਰ ਮੰਗਵਾਏ। ਬਾਬਾ ਤਾਰਾ ਸਿੰਘ ਨੂੰ ਧਮਕੀ ਦਿੰਦਾ ਹੈ ਕਿ ਜੇ ਚੋਰ ਮੇਰੇ ਹਵਾਲੇ ਨਾ ਕੀਤੇ, ਉਹ ਦੋਵੇਂ ਸਿੰਘ ਮੇਰੇ ਹਵਾਲੇ ਨਾ ਕੀਤੇ ਤੇ ਲਾਹੌਰ ਦੇ ਵਿੱਚ ਸ਼ਿਕਾਇਤ ਕਰਕੇ ਲਾਹੌਰ ਦੀ ਫੌਜ ਮੰਗਵਾ ਲਿਆਂਗਾ। ਅਬ ਤੂੰ ਰੱਖ ਇਨ ਖੂਬ ਸੰਭਾਲ। ਕਹਿੰਦੇ ਰੱਖ ਸੰਭਾਲ ਕਰਕੇ, ਜੇ ਤੂੰ ਰੱਖਣਾ ਵੀ ਚਾਹੁੰਦਾ, ਜੇ ਮੇਰੇ ਹਵਾਲੇ ਨਹੀਂ ਕਰਨਾ ਚਾਹੁੰਦਾ ਤੇ ਬੇਸ਼ੱਕ ਇਨ੍ਹਾਂ ਚੋਰਾਂ ਨੂੰ ਆਪਣੇ ਅਸਥਾਨ ਦੇ ਵਿੱਚ ਪਨਾਹ ਦੇ ਕੇ ਵੇਖ ਲੈ। ਮਤ ਕਤ ਲੁਕ ਜਾਵੇਂ ਤੁਮ ਗਾਲ। ਪਰ ਚੇਤੇ ਰੱਖੀ
ਜਿਹੜੇ ਤੇਰੇ ਬੁੰਗੇ ਦੇ ਵਿੱਚ ਲੁਕ ਕਰਕੇ ਬੈਠੇ ਨੇ ਇਹ ਤੈਨੂੰ ਗਾਲ ਕੇ ਜਾਣਗੇ, ਕਿਉਂਕਿ ਜੇ ਚੋਰ ਮੇਰੇ ਹਵਾਲੇ ਨਾ ਕੀਤੇ ਤਾਂ ਲਾਹੌਰ ਦੀ ਫੌਜ ਬੁਲਵਾ ਕੇ ਤੇਰੇ ਤੇ ਹਮਲਾ ਕਰਵਾਵਾਂਗਾ। ਸਿੰਘ ਕਹੀ ਇਹ ਸਿੰਘ ਨਹਿ ਚੋਰ। ਤੇ ਅੱਗੋਂ ਬਾਬਾ ਤਾਰਾ ਸਿੰਘ ਵਾਂ ਵਾਲੇ ਬੱਬਰ ਸ਼ੇਰ ਦੀ ਤਰ੍ਹਾਂ ਗਰਜ ਕੇ ਕਹਿਣ ਲੱਗੇ, ਚੌਧਰੀਆ ਜ਼ਬਾਨ ਸੰਭਾਲ, ਉਹ ਗੁਰੂ ਕੇ ਸਿੰਘ ਨੇ, ਗੁਰੂ ਕੇ ਖਾਲਸੇ ਨੇ, ਉਹ ਚੋਰ ਨਹੀਂ। ਜਿਨ੍ਹਾਂ ਨੂੰ ਤੂੰ ਚੋਰ ਕਹਿ ਰਿਹਾ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ। ਚੋਰ ਤੂੰ ਹੀ ਚਰਾਵਹਿ ਖੇਤੀ ਕਰ ਜੋਰ। ਚੋਰ ਤਾਂ ਚੌਧਰੀਆਂ ਤੂੰ ਹੈ, ਤੈਨੂੰ ਚੌਧਰੀ ਦਿੱਤੀ ਹਾਕਮਾਂ ਨੇ, ਤੈਨੂੰ ਚੌਧਰੀ ਦਿੱਤੀ ਮੁਗਲ ਹਕੂਮਤ ਨੇ, ਤੇ ਤੂੰ ਆਪਣੇ ਨਗਰ ਦੇ ਵਿੱਚ ਆਪਣੇ ਜ਼ੋਰ ਦੇ ਨਾਲ, ਆਪਣੀ ਤਾਕਤ ਦੇ ਨਾਲ ਗਰੀਬ ਲੋਕਾਂ ਦੀ ਖੇਤੀ ਚਰਾਉਂਦਾ ਹੈ। ਤੂੰ ਗਰੀਬ ਲੋਕਾਂ ਦੇ ਖੇਤ ਉਜਾੜਦਾ ਹੈ ਤੇ ਚੋਰ ਤੂੰ ਗੁਰੂ ਕਿਆਂ ਸਿੰਘਾਂ ਨੂੰ ਕਹਿ ਰਿਹਾ, ਪਰ ਸਿੰਘ ਗੁਰੂ ਕੇ ਚੋਰ ਨਹੀਂ, ਚੋਰ ਤੇ ਚੌਧਰੀਆ ਤੂੰ ਹੈ। ਕਰੇ ਇਨਸਾਫ ਲਏ ਤੈਨੂੰ ਲੂਟ। ਉਹਨਾਂ ਦੋਵੇਂ ਸਿੰਘਾਂ ਨੇ ਤੇ ਇਨਸਾਫ ਕੀਤਾ, ਤੈਨੂੰ ਲੁੱਟ ਕਰਕੇ, ਤੇਰੀਆਂ ਘੋੜੀਆਂ ਖੋਲ ਕਰਕੇ ਉਹਨਾਂ ਨੇ ਗਰੀਬ ਲੋਕਾਂ ਦੇ ਨਾਲ ਇਨਸਾਫ ਕੀਤਾ ਹੈ। ਹਮਰੀ ਜਿੰਦ ਤੇ ਨਵਾਬ ਕਿਆ ਲੈ ਕੂਟ। ਤੇ ਤੂੰ ਮੈਨੂੰ ਨਵਾਬ ਦੀਆਂ ਧਮਕੀਆਂ ਦੇਣਾ ਕਿ ਲਾਹੌਰ ਦੀ ਫੌਜ ਮੰਗਵਾ ਲਾਂਗਾ। ਤੇ ਬਾਬਾ ਤਾਰਾ ਸਿੰਘ ਹੱਸ ਕੇ ਕਹਿਣ ਲੱਗੇ ਕਿ ਮੇਰੀ ਜਿੰਦ ਤੋਂ ਵੱਧ, ਮੇਰੀ ਜਾਨ ਤੋਂ ਵੱਧ ਤੇਰਾ ਨਵਾਬ ਕੀ ਲੈ ਸਕਦਾ ਹੈ। ਜ਼ਿਆਦਾ ਤੋਂ ਜ਼ਿਆਦਾ ਆਵੇਗਾ, ਹਮਲਾ ਕਰੇਗਾ ਤੇ ਮੈਂ ਰਣ ਤੱਤੇ ਦੇ ਅੰਦਰ ਜੂਝ ਕੇ ਮਰ ਜਾਵਾਂਗਾ, ਬਸ ਇਹੀ ਹੋਵੇਗਾ। ਇਸ ਤੋਂ ਵੱਧ ਤੇਰਾ ਨਵਾਬ ਕੁਝ ਕਰ ਨਹੀਂ ਸਕਦਾ। ਤੇ ਚੇਤੇ ਰੱਖੀ, ਜਿਸ ਨੂੰ ਤੂੰ ਨਵਾਬ ਦੀਆਂ ਧਮਕੀਆਂ ਦੇ ਰਿਹਾ ਉਹ ਤੇਰੇ ਨਵਾਬ ਤੋਂ ਡਰਦਾ ਨਹੀਂ। ਦੋਹਰਾ ਯਹ ਤੋ ਹਮਨੇ ਹੈ ਮਿਥੀ, ਸਿਰ ਤੁਰਕਨ ਲਾਇਕ ਦੇਹ। ਬਾਬਾ ਤਾਰਾ ਸਿੰਘ ਕਹਿਣ ਲੱਗੇ, ਮੈਂ ਤੇ ਪਹਿਲਾਂ ਹੀ ਮਿਥਿਆ ਹੋਇਆ, ਆਪਣੇ ਮਨ ਦੇ ਵਿੱਚ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਕਿ ਮੈਂ ਆਪਣੀ ਦੇਹ, ਆਪਣਾ ਸਰੀਰ, ਇਹ ਸਰੀਰ ਤੁਰਕਾਂ ਦੇ ਸਿਰ ਤੇ ਮੜ ਦਿਆਂਗਾ, ਇਹ ਤੁਰਕਾਂ ਦੇ ਸਿਰ ਤੇ ਭੰਨਾਂਗਾ। ਭਾਵ ਸ਼ਹੀਦੀ ਦੇਣ ਵਾਸਤੇ ਮੈਂ ਤੇ ਪਹਿਲਾਂ ਹੀ ਮਨ ਦੇ ਵਿੱਚ ਫੈਸਲਾ ਲਿਆ ਹੋਇਆ ਹੈ। ਲੁਕ ਭਜ ਕੇ ਨਹ ਬਚੈ, ਹਮ ਮਰੈ ਬਹੁਤਨ ਸੰਗ ਲੇਹ। ਚੌਧਰੀਆ ਇਹ ਨਾ ਸਮਝੀ ਕਿ ਮੈਂ ਲੁਕ ਕੇ ਭੱਜ ਜਾਵਾਂਗਾ, ਜਾਨ ਬਚਾ ਲਵਾਂਗਾ। ਇੰਨਾ ਸੌਖਾ ਮੈਂ ਤੇਰੇ ਤੋਂ, ਤੇਰੇ ਨਵਾਬ ਦੀਆਂ ਫੌਜਾਂ ਤੋਂ ਭੱਜਾਂਗਾ ਨਹੀਂ, ਲੁਕਾਂਗਾ ਨਹੀਂ, ਬਲਕਿ ਆਪਣੇ ਨਾਲ ਨਾਲ ਤੇਰੇ ਨਵਾਬ ਦੇ ਕਈ ਫੌਜਾਂ ਨੂੰ ਨਾਲ ਲੈ ਕੇ ਸੱਚਖੰਡ ਨੂੰ ਜਾਵਾਂ, ਕਈਆਂ ਨੂੰ ਮਾਰ ਕੇ ਫੇਰ ਹੀ ਮਰਾਂਗਾ। ਇੰਨਾ ਸੌਖਾ ਤੁਹਾਡੇ ਹੱਥ ਨਹੀਂ ਆਉਂਦਾ। ਚੌਪਈ ਵਧਤੀ ਵਧਤ ਗੱਲ ਵਧ ਗਈ। ਹੁਣ ਕਹਿੰਦੇ ਬਾਬਾ ਤਾਰਾ ਸਿੰਘ ਵਾਂ ਵਾਲਿਆਂ ਜਦੋਂ ਗੁਰੂ ਕੇ ਸਿੰਘ ਸਪੁਰਦ ਨਾ ਕੀਤੇ, ਅੱਗੋਂ ਖਾਲਸਾ ਜੀ ਆਪਣੇ ਗੁਰੂ ਕੇ ਸਿੱਖਾਂ ਦੀ ਜ਼ਿੰਮੇਵਾਰੀ ਲੈ ਲਈ। ਨਵਾਬ ਦੀਆਂ ਧਮਕੀਆਂ ਤੋਂ ਬਾਅਦ ਵੀ ਉਹਦੀ ਚੌਧਰੀ ਦੀ ਗੱਲ ਨਾ ਮੰਨੀ, ਬਹਿਸ ਹੋਈ ਤੇ ਕਹਿੰਦੇ ਇਸ ਤਰ੍ਹਾਂ ਗੱਲ ਬਹੁਤ ਜ਼ਿਆਦਾ ਵੱਧ ਗਈ। ਬੁਰੇ ਸਾਇਤ ਪਰ ਸਿੰਘਨ ਆਈ। ਹੁਣ ਕਹਿੰਦੇ ਸਮਾਂ ਆ ਗਿਆ ਕਿ ਕੁਝ ਸਮੇਂ ਦੇ ਸੁੱਖਾਂ ਤੋਂ ਬਾਅਦ ਸਿੰਘਾਂ ਤੇ ਮਾੜਾ ਸਮਾਂ ਆ ਗਿਆ। ਹੁਣ ਦੁਬਾਰਾ ਫਿਰ ਖਾਲਸਾ ਜੀ ਸੰਘਰਸ਼ ਸ਼ੁਰੂ ਹੋਵੇਗਾ, ਦੁਬਾਰਾ ਫਿਰ ਜੰਗ ਯੁੱਧ ਹੋਣਗੇ। ਜੱਟ ਜਾ ਪੱਟੀ ਫਰਿਆਦ ਹੈ ਕਰੀ। ਹੁਣ ਕਹਿੰਦੇ ਜਿਹੜਾ ਚੌਧਰੀ ਸੀ ਨਾ ਸਾਹਿਬ ਰਾਏ, ਇਹਨੇ ਜਾ ਕਰਕੇ ਪੱਟੀ ਦੇ ਨਵਾਬ ਕੋਲ, ਪੱਟੀ ਦੇ ਦਰੋਗੇ ਕੋਲ ਜਾ ਕਰਕੇ ਫਰਿਆਦ ਕੀਤੀ। ਤੁਮ ਇਹਾਂ ਬੈਠੇ ਸੁਖ ਸੋ ਘਰੀ। ਤੇ ਜਾ ਕਰਕੇ ਸਭ ਤੋਂ ਪਹਿਲਾਂ ਪੱਟੀ ਦੇ ਦਰੋਗੇ ਨੂੰ ਜਾ ਕੇ ਟੀਚਰ ਕੀਤੀ। ਕਹਿੰਦਾ ਵਾਹ ਬਈ ਵਾਹ, ਤੂੰ ਤਾਂ ਇੱਥੇ ਬੈਠ ਕਰਕੇ ਐਸ਼ੋ ਆਰਾਮ ਕਰ ਰਿਹਾ ਤੇ ਤੇਰੇ ਰਾਜ ਵਿੱਚ ਕੀ ਕੁਝ ਹੋ ਰਿਹਾ ਤੈਨੂੰ ਪਤਾ ਹੀ ਨਹੀਂ। ਹਮ ਤੋ ਲੀਨੇ ਸਿੰਘਨ ਉਗਰਾਹੇ। ਤੂੰ ਇੱਥੇ ਬੈਠਾ ਸੁੱਖ ਭੋਗ ਰਿਹਾ ਤੇ ਮੇਰਾ ਜਿਹੜਾ ਸਰਕਾਰੀ ਖਜ਼ਾਨਾ, ਜੋ ਮੈਂ ਖਜ਼ਾਨਾ ਸਰਕਾਰ ਨੂੰ ਦੇਣਾ ਸੀ, ਉਹ ਸਾਰਾ ਖਜ਼ਾਨਾ ਲੁੱਟ ਕੇ ਸਿੰਘ ਲੈ ਗਏ। ਖਾਲਸਾ ਜੀ ਇੱਕ ਦੀਆਂ 10 ਬਣਾ ਕਰਕੇ ਹਾਕਮ ਨੂੰ ਸੁਣਾ ਦਿੱਤੀਆਂ। ਇਸ ਤਰ੍ਹਾਂ ਚੁਗਲੀ ਲਾ ਦਿੱਤੀ ਕਿ ਜਿਹੜੀ ਮੈਂ ਅਗਰਾਹੀ ਸਰਕਾਰ ਨੂੰ ਦੇਣੀ ਸੀ ਉਹ ਸਾਰੀ ਅਗਰਾਹੀ ਸਿੰਘ ਲੁੱਟ ਕੇ ਲੈ ਗਏ ਤੇ ਤੈਨੂੰ ਪਤਾ ਨਹੀਂ ਲੱਗ ਰਿਹਾ ਕਿ ਤੇਰੇ ਰਾਜ ਦੇ ਵਿੱਚ ਗੁਰੂ ਕੇ ਸਿੱਖ ਕੀ ਕਰ ਰਹੇ ਨੇ। ਹਮ ਤੋਂ ਟਕੈ ਇੱਕ ਹੀ ਦੇ ਥਾਹੇ। ਤੇ ਅੱਗੋਂ ਖਾਲਸਾ ਜੀ ਕੰਨ ਭਰਨ ਵਾਸਤੇ ਸਾਹਿਬ ਰਾਏ ਚੌਧਰੀ ਕਹਿਣ ਲੱਗਾ ਪੱਟੀ ਦੇ ਦਰੋਗੇ ਨੂੰ ਕਿ ਮੈਂ ਇੱਕ ਥਾਂ ਤੇ ਅਗਰਾਹੀ ਦੇ ਸਕਦਾ,
ਮੈਂ ਹੁਣ ਸਰਕਾਰ ਨੂੰ ਅਗਰਾਹੀ ਨਹੀਂ ਦਵਾਂਗਾ, ਮੇਰੀ ਅਗਰਾਹੀ ਮੇਰੇ ਟਕੇ ਤਾਂ ਸਿੰਘ ਲੈ ਗਏ, ਇਸ ਕਰਕੇ ਹੁਣ ਸਰਕਾਰ ਨੂੰ ਅਗਰਾਹੀ ਦੇਣ ਵਾਸਤੇ ਮਾਇਆ ਨਹੀਂ। ਇਸ ਤਰ੍ਹਾਂ ਖਾਲਸਾ ਜੀ ਸਰਕਾਰ ਨੂੰ ਭਾਵ ਕਿ ਪੱਟੀ ਦੇ ਦਰੋਗੇ ਨੂੰ ਜਾ ਕੇ ਸਿੰਘਾਂ ਦੇ ਖਿਲਾਫ ਭੜਕਾਉਂਦਾ ਹੈ। ਸੁਨ ਹਾਕਮ ਤਿਸ ਲੱਗ ਗਈ ਆਗ। ਹੁਣ ਸਰਕਾਰ ਨੂੰ ਜਦੋਂ ਪਤਾ ਲੱਗੇ ਵੀ ਲੋਕਾਂ ਨੇ ਨਜ਼ਰਾਨਾ ਨਹੀਂ ਭਰਨਾ ਤੇ ਸਰਕਾਰ ਨੇ ਤਾਂ ਭੜਕਣਾ ਹੀ ਹੈ। ਜਦੋਂ ਚੌਧਰੀ ਨੇ ਕਿਹਾ ਕਿ ਜਿਹੜੀ ਅਗਰਾਹੀ ਖਜ਼ਾਨਾ ਲੁੱਟ ਕੇ ਸਿੰਘ ਲੈ ਗਏ, ਤੁਹਾਨੂੰ ਦੇਣ ਵਾਸਤੇ ਕੁਝ ਬਚਿਆ ਨਹੀਂ, ਤੇ ਖਾਲਸਾ ਜੀ ਜਿਹੜਾ ਉਹ ਦਰੋਗਾ ਸੀ ਉਹਨੂੰ ਅੱਗ ਲੱਗ ਗਈ, ਉਹਨੂੰ ਬੜਾ ਕ੍ਰੋਧ ਚੜ ਗਿਆ। ਸੁਤੋ ਸ਼ੇਰ ਜਨ ਉਠਿਓ ਜਾਗ। ਕਹਿੰਦੇ ਇਸ ਤਰ੍ਹਾਂ ਉੱਠਿਆ ਇੱਕੋ ਦਮ ਆਪ ਦੀ ਕੁਰਸੀ ਤੋਂ, ਜਿਵੇਂ ਜੰਗਲ ਦੇ ਵਿੱਚ ਸੁੱਤਾ ਹੋਇਆ ਸ਼ੇਰ ਜਾਗਿਆ ਹੋਵੇ। ਤਉ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਏ। ਤੇ ਸਾਹਿਬ ਰਾਏ ਚੌਧਰੀ ਨੂੰ ਫਿਰ ਹਾਕਮ ਪੁੱਛਦਾ ਕਿ ਜਿਨ੍ਹਾਂ ਨੇ ਇਹ ਖਜ਼ਾਨਾ ਲੁੱਟਿਆ ਉਹ ਗੁਰੂ ਕੇ ਸਿੰਘ ਇਸ ਵਕਤ ਕਿਹੜੇ ਥਾਂ ਤੇ ਲੁਕ ਕੇ ਬੈਠੇ ਨੇ। ਕਹੀ ਜੱਟ ਜਹ ਬੁੱਟਰਨ ਬਾਏ। ਖਾਲਸਾ ਜੀ ਸਾਹਿਬ ਰਾਏ ਚੌਧਰੀ ਨੇ ਦੱਸਿਆ ਕਿ ਜਿਹੜਾ ਬੁੱਟਰਾਂ ਦਾ ਵਾਂ ਪਿੰਡ ਹੈ, ਉਸ ਵਾਂ ਪਿੰਡ ਦੇ ਵਿੱਚ ਜਾ ਕੇ ਲੁਕੇ ਹੋਏ ਨੇ। ਤਹ ਬਹਿਓ ਤਾਰਾ ਸਿੰਘ ਬੁੰਗੋ ਚੜਾਏ। ਉਸ ਪਿੰਡ ਦੇ ਵਿੱਚ ਬਾਬਾ ਤਾਰਾ ਸਿੰਘ ਨੇ ਬੁੰਗਾ ਚਣਾਇਆ ਤੇ ਬੁੰਗਾ ਚਣਵਾ ਕਰਕੇ ਤਾਰਾ ਸਿੰਘ ਉਹ ਬੁੰਗੇ ਦੇ ਵਿੱਚ ਰਹਿੰਦਾ ਹੈ। ਦਇਓ ਰੌਲੋ ਉਨ ਗਿਰਦਾ ਪਾਏ। ਤੇ ਉਹ ਤਾਰਾ ਸਿੰਘ ਨੇ ਤੇ ਉਹਦੇ ਨਾਲ ਦੇ ਸਾਥੀਆਂ ਨੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਬਹੁਤ ਰੌਲਾ ਪਾਇਆ ਹੋਇਆ, ਬਹੁਤ ਦੰਗਾ ਮਚਾਇਆ ਹੋਇਆ, ਬਹੁਤ ਲੜਾਈ ਮਚਾਈ ਹੋਈ ਹੈ। ਇਸ ਤਰ੍ਹਾਂ ਸਿੰਘਾਂ ਦੇ ਖਿਲਾਫ ਇੱਕ ਦੀਆਂ 10 ਬਣਾ ਕਰਕੇ ਚੁਗਲੀ ਹਾਕਮ ਨੂੰ ਲਾਉਂਦਾ ਹੈ। ਤਉ ਹਾਕਮ ਉਸ ਪੁੱਛੀ ਸਲਾਹੇ। ਕਹਿੰਦੇ ਜਦੋਂ ਪਤਾ ਲੱਗਾ ਤਾਰਾ ਸਿੰਘ ਦਾ, ਤੇ ਹਾਕਮ ਸੀ ਜਿਹੜਾ ਖਾਲਸਾ ਜੀ ਸਾਹਿਬ ਰਾਏ ਚੌਧਰੀ ਨੂੰ ਪੁੱਛਣ ਲੱਗਾ ਕਿ ਮੈਨੂੰ ਇੱਕ ਸਲਾਹ ਦੇ। ਕਿਤਕ ਜਮਿਅਤ ਹੈ ਤਿਹ ਪਾਹੇ। ਕਹਿੰਦਾ ਵੀ ਤਾਰਾ ਸਿੰਘ ਕੋਲ ਕਿੰਨੀਆਂ ਕੇ ਫੌਜਾਂ ਨੇ, ਕਿੰਨੇ ਕੇ ਸਿਪਾਹੀ ਨੇ ਜਿਹਦੇ ਤੂੰ ਇੰਨਾ ਡਰ ਰਿਆਂ ਕੰਬ ਰਿਆਂ, ਕਿੰਨੇ ਕੇ ਸਿਪਾਹੀ ਰੱਖੀ ਬੈਠਾ ਹੈ ਤਾਰਾ ਸਿੰਘ। ਜੱਟ ਕਹੀ ਉਸ ਪੈਗੜ ਨਾਹੀ। ਤੇ ਅੱਗੋਂ ਸਾਹਿਬ ਰਾਏ ਚੌਧਰੀ ਕਹਿੰਦਾ ਵੀ ਫੌਜਾਂ ਨਹੀਂ, ਉਹਦੇ ਕੋਲ ਕਿਲਾ ਨਹੀਂ, ਕਿਸੇ ਕਿਲੇ ਵਿੱਚ ਨਹੀਂ ਬੈਠਾ, ਬਲਕਿ ਰੜੇ ਮੈਦਾਨ ਦੇ ਅੰਦਰ ਉਹਨੇ ਇੱਕ ਨਿੱਕਾ ਜਿਹਾ ਬੁੰਗਾ ਚਣਵਾਇਆ ਹੋਇਆ ਹੈ ਤੇ ਉਸੇ ਬੁੰਗੇ ਦੇ ਵਿੱਚ ਰਹਿੰਦਾ ਹੈ। ਉਹਦੇ ਕੋਲ ਕੋਈ ਬਹੁਤਾ ਵੱਡਾ ਕਿਲਾ ਜਾਂ ਬਹੁਤੀਆਂ ਫੌਜਾਂ ਦੀ ਗਿਣਤੀ ਨਹੀਂ। ਦੋ ਇੱਕ ਚੁਬਾਰੋ ਹੈ ਉਨ ਪਾਹੀ। ਬਸ ਉਹ ਬੁੰਗੇ ਦੇ ਨੇੜੇ ਤੇੜੇ ਇੱਕ ਦੋ ਚਬਾਰੇ ਨੇ, ਉਹ ਚਬਾਰੇ ਉਹਨੇ ਚਿਣੇ ਹੋਏ ਨੇ। 10-20 ਸਿੰਘ ਤਉ ਸਦ ਹੀ ਰਹਿ। ਤੇ ਵੱਧ ਤੋਂ ਵੱਧ 10 ਜਾਂ 20 ਸਿੰਘ ਬਾਬਾ ਤਾਰਾ ਸਿੰਘ ਦੇ ਕੋਲ ਰਹਿੰਦੇ ਨੇ। ਇਸ ਤੋਂ ਵੱਧ ਗਿਣਤੀ ਦੇ ਵਿੱਚ ਉਹਦੇ ਕੋਲ ਕੋਈ ਫੌਜ ਨਹੀਂ। 10-5 ਔਰ ਵੀ ਆਵਹਿ ਜਹਾਂ। ਪਰ ਹਾਂ ਆਂਦੇ ਜਾਂਦੇ ਰਾਹੀਆਂ ਦੇ ਵਿੱਚੋਂ 5 ਜਾਂ 10 ਵੱਧ ਹੋ ਸਕਦੇ ਆ। 5 ਜਾਂ 10 ਗੁਰੂ ਕੇ ਸਿੰਘ ਆਉਂਦੇ ਜਾਂਦੇ ਉਹਦੇ ਕੋਲ ਰੁਕ ਜਾਂਦੇ ਨੇ। ਕਿਸ ਨੇਜੋ ਕਿਸ ਪਹਿ ਤਲਵਾਰ। ਤੇ ਕਿਸੇ ਗੁਰੂ ਕੇ ਸਿੰਘ ਕੋਲ ਨੇਜਾ ਹੈ, ਕਿਸੇ ਕੋਲ ਬਰਛਾ ਹੈ, ਕਿਸੇ ਸਿੰਘ ਕੋਲ ਤਲਵਾਰ ਹੈ, ਕਿਰਪਾਨ ਹੈ। ਕਈ ਰਹਿ ਤਹ ਬਿਨ ਹਥਿਆਰ। ਤੇ ਕੋਈ ਬਾਬੇ ਤਾਰਾ ਸਿੰਘ ਦੇ ਕੋਲ ਬਿਨਾਂ ਹਥਿਆਰਾਂ ਤੋਂ ਰਹਿ ਰਿਹਾ। ਕਿਸੇ ਕੋਲ ਨੇਜਾ, ਕਿਸੇ ਕੋਲ ਤਲਵਾਰ ਤੇ ਕਿਸੇ ਕੋਲ ਹਥਿਆਰ ਹੀ ਨਹੀਂ, ਬਿਨਾਂ ਹਥਿਆਰਾਂ ਤੋਂ ਰਹਿ ਰਿਹਾ ਹੈ। ਸੁਨ ਹਾਕਮ ਚੜਿਓ ਪੱਟੀਆਂ ਥਤਾਏ। ਖਾਲਸਾ ਜੀ ਜਦੋਂ ਹਾਕਮ ਨੂੰ ਪਤਾ ਲੱਗਾ ਕਿ ਬਹੁਤੀ ਫੌਜ ਨਹੀਂ ਹੈ ਬਾਬੇ ਤਾਰਾ ਸਿੰਘ ਦੇ ਕੋਲ, ਕਹਿੰਦੇ ਹਾਕਮ ਨੇ ਬਸ ਬਾਬਾ ਤਾਰਾ ਸਿੰਘ ਵੱਲ ਧਾਵਾ ਬੋਲ ਦਿੱਤਾ, ਚੜ੍ਹਾਈ ਕਰ ਦਿੱਤੀ। ਮੋਹਰੇ ਤੋਰਿਓ ਕਰ ਸਾਹਿਬ ਰਾਏ। ਤੇ ਸਾਹਿਬ ਰਾਏ ਚੌਧਰੀ ਨੂੰ ਜਿਨਨੇ ਜਾ ਕਰਕੇ ਸ਼ਿਕਾਇਤ ਲਾਈ ਸੀ, ਸਾਹਿਬ ਰਾਏ ਚੌਧਰੀ ਨੂੰ ਮੂਹਰੇ ਕਰ ਦਿੱਤਾ ਕਿ ਤੂੰ ਸਾਨੂੰ ਤਾਰਾ ਸਿੰਘ ਵਾਂ ਵਾਲੇ ਦਾ ਪਤਾ ਦੱਸ ਸਾਨੂੰ ਉਹਨੇ ਕਿੱਥੇ ਬੁੰਗਾ ਬਣਵਾਇਆ ਹੈ। ਇਸ ਕਰਕੇ ਚੌਧਰੀ ਨੂੰ ਸਭ ਤੋਂ ਅੱਗੇ ਲਾ ਦਿੱਤਾ। 80 ਪਿਆਦੇ 25 ਅਸਵਾਰ। ਤੇ ਖਾਲਸਾ ਜੀ ਪੱਟੀ ਦੇ ਹਾਕਮ ਨੇ 80 ਪੈਦਲ ਅਸਵਾਰ ਨਾਲ ਲਏ ਤੇ 25 ਘੋੜਸਵਾਰ ਫੌਜ ਨਾਲ ਲਈ।
ਭਾਵ ਕਿ 80 ਪੈਦਲ ਸਿਪਾਹੀ ਸਨ ਨਾਲ, ਤੇ 25 ਘੋੜਸਵਾਰ, ਤੇ ਇੱਕ ਸਾਹਿਬ ਰਾਏ ਚੌਧਰੀ, ਤੇ ਦੂਸਰਾ ਪੱਟੀ ਦਾ ਹਾਕਮ ਖੁਦ ਬਾਬਾ ਤਾਰਾ ਸਿੰਘ ਦੇ ਉੱਤੇ ਚੜ੍ਹਾਈ ਕਰਨ ਲਈ ਧਾਵਾ ਬੋਲਦਾ ਹੈ। ਤੁਰੇ ਧੁਰੋਂ ਕਰਤ ਮਾਰੋ ਮਾਰ। ਬਸ ਇਹ ਮਨ ਦੇ ਵਿੱਚ ਠਾਣ ਲਿਆ ਕਿ ਜਾਂਦਿਆਂ ਹੀ ਸਿੰਘਾਂ ਨੂੰ ਮਾਰ ਮਕਾਉਣਾ, ਜਾਂਦਿਆਂ ਹੀ ਜਾ ਕਰਕੇ ਧੜਧੱਲਾ ਮਚਾ ਦੇਣਾ। ਇਹ ਜਦੋਂ ਤੁਰਦੇ ਨੇ ਨਾ ਘਰਾਂ ਤੋਂ, ਜਦੋਂ ਸਿੰਘਾਂ ਨੂੰ ਮਕਾਉਣ ਵਾਲੇ ਪੰਥ ਦੇ ਦੋਖੀ ਚੱਲਦੇ ਆ, ਇਹਨਾਂ ਦੇ ਮਨਾਂ ਵਿੱਚ ਭੁਲੇਖਾ ਹੁੰਦਾ ਵੀ ਜਾਂਦਿਆਂ ਹੀ ਜਿੱਤ ਲੈਣਾ, ਜਾਂਦਿਆਂ ਹੀ ਮਾਰ ਮਕਾਉਣਾ। ਗੁਰੂ ਕੇ ਖਾਲਸੇ ਨੂੰ ਖਾਲਸਾ ਜੀ ਇਹ ਮਾਮੂਲੀ ਜਾ ਜਾਣਦੇ, ਪਰ ਜਦੋਂ ਖਾਲਸੇ ਦੇ ਨਾਲ ਵਾਹ ਪੈਂਦਾ, ਖਾਲਸੇ ਨਾਲ ਟੱਕਰ ਹੁੰਦੀ, ਤੇ ਫਿਰ ਗੁਰੂ ਕੇ ਸਿੰਘ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਦੰਦ ਵੀ ਖੱਟੇ ਕਰਕੇ ਵਿਖਾਉਂਦੇ। ਸੋ ਚੜੇ ਨੇ ਬੜੇ ਮਾਣ ਦੇ ਨਾਲ, ਬੜੇ ਹੰਕਾਰ ਨਾਲ, ਵੀ ਜਾਂਦਿਆਂ ਹੀ ਜਾ ਕਰਕੇ ਗੁਰੂ ਕੇ ਸਿੱਖਾਂ ਨੂੰ ਮਾਰ ਮਕਾਉਣਾ ਹੈ। ਦੋਹਰਾ ਫੁਰਤੀ ਤੇ ਵਹਿ ਆਇਓ, ਮਤ ਸਿੰਘ ਸੁਨ ਨਠ ਜਾਏ। ਖਾਲਸਾ ਜੀ ਬੜੀ ਫੁਰਤੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਪੱਟੀ ਦਾ ਹਾਕਮ ਆਪਣੀਆਂ ਫੌਜਾਂ ਨਾਲ ਵਧਿਆ, ਤੇ ਆਪਣੀਆਂ ਫੌਜਾਂ ਨੂੰ ਕਹਿੰਦਾ ਕਿ ਬੜੇ ਸੁਚੇਤ ਹੋ ਕਰਕੇ ਧਾਵਾ ਬੋਲੋ, ਕਿਤੇ ਕੋਈ ਵੀ ਇੱਕ ਵੀ ਗੁਰੂ ਕਾ ਸਿੱਖ ਆਪਣਾ ਰੋਲਾ ਸੁਣ ਕਰਕੇ ਭੱਜ ਨਾ ਜਾਵੇ। ਕਿਸੇ ਨੂੰ ਭੱਜਣ ਨਹੀਂ ਦੇਣਾ, ਕੱਲੇ ਕੱਲੇ ਨੂੰ ਪਕੜ ਕੇ ਬੰਦੀ ਬਣਾ ਲੈਣਾ ਹੈ। ਲਈਅਗ ਘੇਰ ਸਵੇਰ ਤੋ, ਦਈਅਗ ਲਾਹੌਰ ਪਹੁੰਚਾਏ। ਆਪਣੇ ਫੌਜਾਂ ਨੂੰ ਤੇ ਚੌਧਰੀ ਨੂੰ ਕਹਿੰਦਾ ਵੀ ਜਾਂਦਿਆਂ ਹੀ ਘੇਰਾ ਪਾ ਕਰਕੇ, ਗ੍ਰਿਫਤਾਰ ਕਰਕੇ ਲਾਹੌਰ ਦੇ ਨਵਾਬ ਕੋਲ ਸਵੇਰੇ ਪਹੁੰਚਾ ਦੇਵਾਂਗੇ। ਇਹਨੂੰ ਲੱਗਾ ਕਿ ਬੜਾ ਸੁਖੈਲਾ ਹੋਵੇਗਾ, ਜਾਂਦਿਆਂ ਹੀ ਪਕੜ ਲਵਾਂਗੇ ਤੇ ਸਵੇਰੇ ਨਵਾਬ ਕੋਲ ਲਾਹੌਰ ਪਹੁੰਚਾ ਦੇਵਾਂਗੇ। ਚੌਪਈ ਇਤ ਬਘੇਲ ਸਿੰਘ ਬਾਣੀ ਭੋਗ ਪਾਇਓ। ਹੁਣ ਇਧਰੋਂ ਖਾਲਸਾ ਜੀ ਪੱਟੀ ਦਾ ਹਾਕਮ ਚੜ ਕੇ ਆ ਰਿਹਾ, ਤੇ ਦੂਜੇ ਪਾਸੇ ਬਾਬਾ ਬਘੇਲ ਸਿੰਘ ਜੀ ਉਹ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਸਨ, ਅੰਮ੍ਰਿਤ ਵੇਲੇ ਦਾ ਨਿਤਨੇਮ ਕਰ ਰਹੇ ਸੀ। ਕਹਿੰਦੇ ਉਹਨਾਂ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਭੋਗ ਪਾਇਆ। ਕਰ ਅਰਦਾਸ ਸਿੰਘ ਜੰਗਲੈ ਧਾਇਓ। ਤੇ ਕਹਿੰਦੇ ਨਿਤਨੇਮ ਦਾ ਭੋਗ ਪਾ ਕਰਕੇ, ਅਰਦਾਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਜੰਗਲ ਵੱਲ ਨੂੰ ਗਏ ਕਿਰਿਆ ਸੋਧਣ ਵਾਸਤੇ। ਆਵਤ ਫੌਜ ਤੁਰਕ ਨਦਰ ਉਸਿਆਈ। ਤੇ ਜਦੋਂ ਖਾਲਸਾ ਜੀ ਜੰਗਲ ਵਿੱਚ ਪਹੁੰਚੇ, ਖੜਕਾ ਹੋਇਆ, ਕਿਉਂਕਿ ਘੋੜ ਸਵਾਰ ਵੀ ਸਨ ਨਾਲ, ਤੇ ਹੁਣ 80 ਪੈਦਲ ਵੀ ਅਸਵਾਰ ਜਦੋਂ ਖਾਲਸਾ ਜੀ ਨਾਲ ਚੱਲਦੇ ਹੋਣ ਤੇ ਖੜਕਾ ਹੋਣਾ ਸੁਭਾਵਕ ਹੈ। ਕਹਿੰਦੇ ਜਦੋਂ ਖੜਕਾ ਹੋਇਆ ਤੇ ਨਜ਼ਰ ਪਈ ਕਿ ਤੁਰਕਾਂ ਦੀ, ਮੁਗਲਾਂ ਦੀ ਫੌਜ ਚੜ੍ਹਾਈ ਕਰਕੇ ਆ ਰਹੀ ਹੈ। ਥੀ ਤੁਰਕਨ ਸਿਰ ਸਿੰਘਨ ਅਵਾਈ। ਤੇ ਖਾਲਸਾ ਜੀ ਬਾਬਾ ਬਘੇਲ ਸਿੰਘ ਨੇ ਸੋਚਿਆ ਪਹਿਲਾਂ ਕਿ ਜਾ ਕਰਕੇ ਸਿੰਘਾਂ ਨੂੰ ਖਬਰ ਪਹੁੰਚਾਈਏ ਕਿ ਮੁਗਲ ਹਕੂਮਤ ਦੀ ਫੌਜ ਚੜ ਕੇ ਆ ਰਹੀ ਹੈ, ਧਾਵਾ ਬੋਲ ਕੇ ਆ ਰਹੀ ਹੈ। ਹੱਥ ਨੇਜੋ ਉਸ ਗਾਤਰਾ ਤਲਵਾਰ। ਕਹਿੰਦੇ ਜਦੋਂ ਬਾਬਾ ਬਘੇਲ ਸਿੰਘ ਨੇ ਵੇਖਿਆ ਕਿ ਫੌਜ ਚੜ ਕੇ ਆ ਰਹੀ ਹੈ, ਉਸ ਵਕਤ ਉਹਨਾਂ ਦੇ ਇੱਕ ਹੱਥ ਦੇ ਵਿੱਚ ਨੇਜਾ ਬਰਸ਼ਾ ਸੀ, ਤੇ ਗਾਤਰੇ ਦੇ ਵਿੱਚ ਤਲਵਾਰ 3 ਫੁੱਟ ਦੀ ਸ਼੍ਰੀ ਸਾਹਿਬ ਪਾਈ ਹੋਈ ਸੀ। ਗੜਵੋ ਜਲ ਦੂਏ ਹੱਥ 100 ਚਵਾਰ। ਤੇ ਕਿਰਿਆ ਸੋਧਣ ਵਾਸਤੇ ਦੂਸਰੇ ਹੱਥ ਦੇ ਵਿੱਚ ਗੜਵਾ ਸੀ, ਤੇ ਗੜਵੇ ਦੇ ਵਿੱਚ ਜਲ ਸੀ। ਵੇਖ ਸਿੰਘ ਚਿਤ ਮਤਾ ਮਤਾਇਆ। ਤੇ ਫੌਜ ਨੂੰ ਵੇਖ ਕਰਕੇ ਭਾਈ ਬਘੇਲ ਸਿੰਘ ਜੀ ਨੇ, ਖਾਲਸਾ ਜੀ ਆਪਣੇ ਮਨ ਦੇ ਵਿੱਚ ਇੱਕ ਮਤਾ ਪਕਾਇਆ। ਅਬ ਖਬਰ ਕਰਨ ਜਾਓ ਜੇ ਪਿਛਲੇ ਦਾਇਆ। ਕਹਿਣ ਲੱਗੇ ਜੇ ਮੈਂ ਹੁਣ ਖਬਰ ਕਰਨ ਵਾਸਤੇ ਪਿਛਾਂ ਬੁੰਗੇ ਨੂੰ ਗਿਆ, ਤੇ ਜਾ ਕਰਕੇ ਜੇ ਸਿੰਘਾਂ ਨੂੰ ਫੌਜਾਂ ਦੀ ਖਬਰ ਵੀ ਦੇ ਦਿੱਤੀ, ਸਿੰਘ ਕਹਾਂਗੇ ਡਰ ਮੁੜ ਆਇਆ। ਤੇ ਵਿੱਚੋਂ ਸ਼ਾਇਦ ਗੁਰੂ ਕੇ ਸਿੱਖ ਇਹ ਸੋਚਣ ਕਿ ਬਘੇਲ ਸਿੰਘ ਫੌਜਾਂ ਤੋਂ ਡਰ ਕੇ ਵਾਪਸ ਆ ਗਿਆ। ਬਾਬਾ ਬਘੇਲ ਸਿੰਘ ਇਹ ਸੋਚਦੇ ਨੇ ਕਿ ਜੇ ਮੈਂ ਵਾਪਸ ਮੁੜਿਆ ਖਬਰ ਦੇਣ ਵਾਸਤੇ, ਤੇ ਗੁਰੂ ਕੇ ਖਾਲਸੇ ਸੋਚਣਗੇ ਕਿ ਮੈਂ ਡਰ ਕੇ ਆ ਗਿਆ ਹਾਂ, ਡਰ ਕੇ ਭੱਜ ਆਇਆ ਹਾਂ। ਇਨ ਨਹੀਂ ਥੋ ਦੰਗੋ ਉਠਾਇਆ। ਤੇ ਉਹ ਕਹਿਣਗੇ ਕਿ ਬਘੇਲ ਸਿੰਘ ਨੇ ਤੇ ਦੰਗਾ ਸ਼ੁਰੂ ਕੀਤਾ ਸੀ। ਲੜਾਈ ਦਾ ਮੂਲ ਕਾਰਨ ਹੀ ਬਘੇਲ ਸਿੰਘ ਹੈ, ਕਿਉਂਕਿ ਜਿਹੜੀਆਂ ਸਾਹਿਬ ਰਾਏ ਚੌਧਰੀ ਦੀਆਂ ਘੋੜੀਆਂ ਸਨ ਉਹ ਬਾਬਾ ਬਘੇਲ ਸਿੰਘ ਨੇ ਹੀ ਖੋਲੀਆਂ ਸੀ, ਸ਼ੇਰ ਪੰਜਾ ਕੀਤਾ ਸੀ।
ਇਸ ਕਰਕੇ ਸੋਚਣ ਲੱਗੇ ਵੀ ਜੇ ਵਾਪਸ ਗਿਆ ਤੇ ਸਿੰਘ ਅੱਧੇ ਕਹਿਣਗੇ ਵੀ ਡਰ ਕੇ ਆ ਗਿਆ, ਤੇ ਕਿਸੇ ਨੇ ਕਹਿ ਦੇਣਾ ਵੀ ਸ਼ਾਇਦ ਡਰ ਕੇ ਆਇਆ ਤੇ ਦੰਗਾ ਵੀ ਇਹਨੇ ਹੀ ਸ਼ੁਰੂ ਕੀਤਾ, ਲੜਾਈ ਵੀ ਇਹਨੇ ਸ਼ੁਰੂ ਕੀਤੀ ਤੇ ਲੜਾਈ ਸ਼ੁਰੂ ਕਰਕੇ ਹੁਣ ਵਾਪਸ ਆ ਗਿਆ। ਉਨਕੋ ਖਬਰ ਆਪ ਹੋਏ ਆਊ। ਤੇ ਬਾਬਾ ਬਘੇਲ ਸਿੰਘ ਨੇ ਮਤਾ ਪਕਾ ਲਿਆ। ਕਹਿੰਦੇ ਜਦੋਂ ਇਹਨਾਂ ਦਾ ਸੋਧਾ ਲਾਇਆ ਨਾ ਫੌਜਾਂ ਦਾ, ਵੇਖੋ ਜਜ਼ਬਾ ਕੈਸਾ ਸੀ। 1.25 ਲੱਖ ਸੀ ਤੇ ਇੱਕ ਪਾਸੇ 80 ਪੈਦਲ ਫੌਜਾਂ ਤੇ 25 ਘੋੜ ਸਵਾਰ, ਤੇ ਮਤਾ ਪਕਾ ਲਿਆ ਵੀ ਜਦੋਂ ਇਹਨਾਂ ਦਾ ਸੋਧਾ ਲਾਇਆ ਆਪਣੇ ਆਪ ਹੀ ਸਿੰਘਾਂ ਨੂੰ ਖਬਰ ਪਹੁੰਚ ਜਾਵੇਗੀ ਕਿ ਬਾਬੇ ਬਘੇਲ ਸਿੰਘ ਨੇ ਫੌਜਾਂ ਨਾਲ ਮੁਕਾਬਲਾ ਕੀਤਾ ਹੈ। ਮਾਰ ਕੂਟ ਜਬ ਜੰਗ ਕੀ ਪਾਊਗ। ਜਦੋਂ ਜੰਗ ਦੇ ਵਿੱਚ ਇਹ ਕੱਲੇ ਕੱਲੇ ਨੂੰ ਚੁਣ ਕੇ ਮਾਰਿਆ, ਕੱਲੇ ਕੱਲੇ ਦਾ ਮੁਕਾਬਲਾ ਕੀਤਾ, ਆਪਣੇ ਆਪ ਹੀ ਸਿੰਘਾਂ ਦੇ ਕੋਲ ਬਹਾਦਰੀ ਦੇ ਕਿੱਸੇ ਪਹੁੰਚ ਜਾਣਗੇ। ਉਨ ਦਇਓ ਲਲਕਾਰੋ ਤੁਰਕਨ ਬੁਲਾਏ। ਖਾਲਸਾ ਜੀ ਬਸ ਫੇਰ ਕੀ ਸੀ, ਬਾਬਾ ਬਘੇਲ ਸਿੰਘ ਜੀ ਨੇ ਮਤਾ ਪਕਾ ਲਿਆ ਕਿ ਵਾਪਸ ਨਹੀਂ ਪਰਤਾਂਗੇ, ਫੌਜਾਂ ਨੂੰ ਪਿੱਠ ਵਿਖਾ ਕੇ ਨਹੀਂ ਭੱਜਾਂਗੇ। ਜੋ ਕਲਗੀਧਰ ਪਾਤਸ਼ਾਹ ਦੇ ਮੁਖਵਾਕ ਨੇ, ਜਬ ਆਵ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਹੁਣ ਰਣ ਤੱਤੇ ਦੇ ਅੰਦਰ ਜੂਝਾਂਗੇ। ਇਹ ਫੈਸਲਾ ਕਰਕੇ ਬਾਬਾ ਬਘੇਲ ਸਿੰਘ ਨੇ ਫੌਜਾਂ ਵੱਲ ਵੇਖ ਕਰਕੇ ਲਲਕਾਰ ਮਾਰੀ। ਤੁਮ ਤੁਰਿਓ ਅੱਗੇ ਹਮ ਬਾਤ ਸੁਨਾਏ। ਕਹਿਣ ਲੱਗੇ ਉਹ ਚੌਧਰੀਆ, ਤੂੰ ਪੱਟੀ ਦੇ ਹਾਕਮ ਨੂੰ ਨਾਲ ਲੈ ਕਰਕੇ ਸਿੰਘਾਂ ਤੇ ਧਾਵਾ ਬੋਲਣ ਲਈ ਜਾ ਰਿਹਾ, ਸਿੰਘਾਂ ਤੇ ਚੜ੍ਹਾਈ ਕਰਕੇ ਜਾ ਰਿਹਾ, ਪਰ ਸਿੰਘਾਂ ਵੱਲ ਵਧਣ ਤੋਂ ਪਹਿਲਾਂ ਜਾਂਦਾ ਜਾਂਦਾ ਇੱਕ ਵਾਰ ਆ ਗੁਰੂ ਕੇ ਸਿੰਘ ਬਘੇਲ ਸਿੰਘ ਦੀ ਇੱਕ ਬਾਤ ਸੁਣ ਕੇ ਜਾ। ਸੋ ਸਾਹਿਬ ਰਾਏ ਲਿਓ ਪਛਾਣ। ਜਦੋਂ ਬਾਬੇ ਬਘੇਲ ਸਿੰਘ ਨੇ ਲਲਕਾਰ ਮਾਰੀ, ਚੌਧਰੀ ਦਾ ਨਾਂ ਲੈ ਕਰਕੇ, ਕਹਿੰਦੇ ਸਾਹਿਬ ਰਾਏ ਚੌਧਰੀ ਨੇ ਪਹਿਚਾਣ ਲਿਆ ਕਿ ਇਹ ਤਾਂ ਉਹੀ ਬਘੇਲ ਸਿੰਘ ਹੈ ਜਿਨੇ ਘੋੜੀਆਂ ਖੋਲ ਕੇ ਲਿਆਂਦੀਆਂ ਸੀ। ਕਹਿਓ ਹਾਕਮ ਹੈ ਮਤ ਇਹ ਪਾਏ ਜਾਣ। ਤੇ ਹਾਕਮ ਨੂੰ ਕਹਿਣ ਲੱਗਾ ਪੱਟੀ ਦੇ ਦਰੋਗੇ ਨੂੰ ਕਿ ਆ ਗੁਰੂ ਕਾ ਸਿੰਘ ਭੱਜ ਕੇ ਨਾ ਜਾਪ ਸਕੇ, ਇਸ ਦੇ ਉੱਤੇ ਹਮਲਾ ਕਰੋ, ਕਿਤੇ ਇਹ ਜਿਉਂਦਾ ਵਾਪਸ ਨਾ ਪਰਤ ਸਕੇ। ਯਹ ਹੈ ਸਿੰਘਨ ਮੈਂ ਵੱਡੀ ਬਿਆਦ। ਕਿਉਂਕਿ ਗੁਰੂ ਕੇ ਸਿੰਘਾਂ ਵਿੱਚ ਇਹ ਵੱਡੀ ਬਲਾ ਹੈ, ਇਹ ਬੜੀ ਵੱਡੀ ਤਾਕਤ ਰੱਖਦਾ ਹੈ, ਇਸ ਕਰਕੇ ਇਹਨੂੰ ਇੱਥੋਂ ਹੁਣ ਭੱਜਣ ਨਾ ਦਿਓ। ਇਸ ਇੱਕ ਮਾਰੇ ਹੋਏ ਜਹ ਆਧ। ਤੇ ਹਾਕਮ ਨੂੰ ਕਹਿੰਦਾ ਵੀ ਜੇ ਇੱਕ ਬਘੇਲ ਸਿੰਘ ਨੂੰ ਮਾਰ ਲਿਆ ਤੇ ਸਮਝੀ ਤੂੰ ਅੱਧੇ ਗੁਰੂ ਕੇ ਸਿੱਖ ਖਤਮ ਕਰ ਲਏ। ਇੰਨਾ ਖਾਲਸਾ ਜੀ, ਇੰਨੀ ਤਾਕਤ, ਐਸਾ ਜਜ਼ਬਾ ਭਾਈ ਬਘੇਲ ਸਿੰਘ ਦੇ ਅੰਦਰ। ਕਹਿਣ ਲੱਗਾ ਜੇ ਇਸ ਇੱਕ ਨੂੰ ਮਾਰ ਲਿਆ ਤੇ ਬਾਕੀਆਂ ਨੂੰ ਮਾਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਇੱਕ ਦੇ ਮਾਰਿਆਂ ਅੱਧੇ ਗੁਰੂ ਕੇ ਸਿੱਖ ਆਪਣੇ ਆਪ ਖਤਮ ਹੋ ਜਾਣਗੇ। ਇਹਦੇ ਵਿੱਚ ਬੜੀ ਵੱਡੀ ਤਾਕਤ ਹੈ। ਯਹੀ ਚੋਰ ਹੈ ਘੋੜੀਆਂ ਵਾਰੋ। ਤੇ ਇਸੇ ਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਸਨ। ਇਹ ਬਘੇਲ ਸਿੰਘ ਉਹੀ ਚੋਰ ਹੈ ਜਿਹੜਾ ਘੋੜੀਆਂ ਕੱਢ ਕੇ ਭੱਜਿਆ ਸੀ। ਹੈ ਸਿੰਘਾਂ ਮਦ ਵੱਡੋ ਖੁਆਰੋ। ਤੇ ਗੁਰੂ ਕਿਆਂ ਸਿੰਘਾਂ ਦੇ ਵਿੱਚ ਇਹ ਸਭ ਬੜੀ ਵੱਡੀ ਤਾਕਤ ਰੱਖਦਾ ਹੈ। ਤੇ ਹਾਕਮ ਨੂੰ ਕਹਿਣ ਲੱਗਾ ਕਿ ਜੇ ਤੂੰ ਬਘੇਲ ਸਿੰਘ ਨੂੰ ਮਾਰ ਮੁਕਾਇਆ ਤੇ ਸਿੰਘ ਆਪਣੇ ਆਪ ਖੁਆਰ ਹੋ ਜਾਣਗੇ। ਦੋਹਰਾ ਤਉ ਹਾਕਮ ਹੱਲਾ ਕੀਓ ਮਤ ਸਿੰਘ ਪਾਵੈ ਜਾਣ। ਖਾਲਸਾ ਜੀ ਪੱਟੀ ਦੇ ਹਾਕਮ ਨੇ ਹੱਲਾ ਕੀਤਾ ਕਿ ਕਿਤੇ ਬਘੇਲ ਸਿੰਘ ਭੱਜ ਕੇ ਜਾ ਨਾ ਸਕੇ, ਪਰ ਉਹਨੂੰ ਕੀ ਪਤਾ ਕਿ ਬਾਬਾ ਬਘੇਲ ਸਿੰਘ ਤਾਂ ਖੁਦ ਹੀ ਚਾਹੁੰਦੇ ਕਿ ਕਿਤੇ ਹੁਣ ਜੰਗ ਦੇ ਮੈਦਾਨ ਦੇ ਅੰਦਰ, ਰਣ ਤੱਤੇ ਦੇ ਅੰਦਰ ਇਸ ਤੁਰਕਾਂ ਦੀ ਫੌਜ ਦੇ ਨਾਲ ਦੋ ਦੋ ਹੱਥ ਕਰ ਲਏ ਜਾਣ। ਸਿੰਘ ਭੀ ਅੱਗਿਓਂ ਕੁੱਦ ਪਇਓ ਤਹ ਹੀ ਮਚ ਗਇਓ ਘਾਣ। ਖਾਲਸਾ ਜੀ ਉਧਰੋਂ ਹਾਕਮ ਵਧਿਆ, ਹਾਕਮ ਦੀਆਂ ਫੌਜਾਂ ਵਧੀਆਂ ਤੇ ਇਧਰੋਂ ਬਾਬਾ ਬਘੇਲ ਸਿੰਘ ਨੇ ਛਲਾਂਗ ਮਾਰੀ ਜੰਗ ਦੇ ਮੈਦਾਨ ਦੇ ਅੰਦਰ ਤੇ ਜਾਂਦਿਆਂ ਇੱਕ ਘਮਾਸਾਨ ਯੁੱਧ ਛਿੜ ਗਿਆ। ਜਾਓ ਪਈ ਓਏ ਤੀਰ ਬੰਦੂਕ ਤੱਕ ਉਸੇ ਚਲਾਹੇ। ਖਾਲਸਾ ਜੀ ਹੁਣ ਜਿਹੜੇ ਸਿਪਾਹੀ ਸੀ, ਫੌਜਾਂ ਸੀ, ਉਹ ਬਾਬੇ ਬਘੇਲ ਸਿੰਘ ਵੱਲ ਨਿਸ਼ਾਨੇ ਬਣਦੀਆਂ, ਤੀਰਾਂ ਦਾ ਮੀਂਹ ਬਰਉਂਦੀਆਂ, ਗੋਲੀਆਂ ਚਲਾਉਂਦੀਆਂ, ਬੰਦੂਕਾਂ ਚਲਾਉਂਦੇ ਨੇ। ਵਹਿ ਰਲ ਗਇਓ ਉਨਹੀ ਮਾਹੇ। ਪਰ ਕਹਿੰਦੇ ਬਾਬੇ ਬਘੇਲ ਸਿੰਘ ਦੇ ਅੰਦਰ ਫੁਰਤੀ ਇੰਨੀ ਸੀ ਕਿ ਬਾਬਾ ਬਘੇਲ ਸਿੰਘ ਪੈਂਤਰਾ ਕਰਦੇ ਕਰਦੇ ਉਹਨਾਂ ਦੇ ਵਿੱਚ ਰਲ ਗਏ ਤੇ ਉਹਨਾਂ ਨੂੰ ਹੀ ਮਾਰ ਮੁਕਾਇਆ। ਆ ਜਦੋਂ ਗੁਰੂ ਕੇ ਸਿੱਖ, ਗੁਰੂ ਕੇ ਨਿਹੰਗ ਸਿੰਘ ਗੱਤਕਾ ਖੇਡਦੇ ਨਾ ਖਾਲਸਾ ਜੀ,
ਤੇ ਗੱਤਕੇ ਦੇ ਵਿੱਚ ਸਭ ਤੋਂ ਪਹਿਲਾਂ ਪੈਂਤਰਾ ਸਿਖਾਇਆ ਜਾਂਦਾ। ਤੇ ਆਪ ਜੀ ਨੇ ਵੇਖਿਆ ਹੋਣਾ ਜਦੋਂ ਗੱਤਕਾ ਹੁੰਦਾ ਤੇ ਜਿਹੜੇ ਸ਼ਸਤਰ ਵਿਦਿਆ ਦੇ ਬਹੁਤ ਹੀ ਅਭਿਆਸੀ ਸਿੰਘ ਹੁੰਦੇ ਨੇ ਪੈਂਤਰਾ ਕਰਦੇ। ਕਹਿੰਦੇ ਪੁਰਾਣੇ ਗੁਰੂ ਕੇ ਸਿੰਘ ਜਦੋਂ ਪੈਂਤਰਾ ਕਰਦੇ ਸੀ ਤੇ ਰਸਨਾ ਤੋਂ ਜਾਪ ਸਾਹਿਬ ਦੀ ਬਾਣੀ ਪੜਨ ਲੱਗ ਜਾਇਆ ਕਰਦੇ ਸੀ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਭੁਜੰਗ ਛਾਲ ਦੇ ਵਿੱਚ ਜੋ ਭੁਜੰਗ ਪ੍ਰਿਆਤ ਛੰਦ ਹੈ ਸੱਪ ਦੀ ਚਾਲ ਦੇ ਵਿੱਚ, ਇਸ ਛੰਦ ਦਾ ਜਾਪ ਕਰਨ ਲੱਗ ਜਾਂਦੇ। ਤੇ ਕਹਿੰਦੇ ਨਾਲ ਨਾਲ ਜਾਪ ਸਾਹਿਬ ਦਾ ਜਾਪ ਕਰਨਾ ਤੇ ਪੈਂਤਰਾ ਕਰਨਾ। ਤੇ ਇੰਨੀ ਫੁਰਤੀ ਦੇ ਨਾਲ ਗੁਰੂ ਕੇ ਸਿੰਘ ਪੈਂਤਰਾ ਕਰਿਆ ਕਰਦੇ ਸੀ ਜੰਗ ਦੇ ਮੈਦਾਨ ਦੇ ਅੰਦਰ ਕਿ ਜਦੋਂ ਵੈਰੀ ਗੋਲੀਆਂ ਚਲਾਉਂਦਾ ਸੀ, ਤੀਰ ਚਲਾਉਂਦਾ ਸੀ ਤੇ ਗੁਰੂ ਕੇ ਸਿੰਘ ਪੈਂਤਰੇ ਦੇ ਨਾਲ ਉਹਨਾਂ ਦੇ ਤੀਰਾਂ ਦੇ ਬੰਦੂਕਾਂ ਦੇ ਨਿਸ਼ਾਨੇ ਤੋਂ ਬਚ ਜਾਇਆ ਕਰਦੇ ਸੀ। ਸੋ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਵਿਰਾਸਤ ਦਿੱਤੀ ਹੈ ਸ਼ਸਤਰ ਵਿਦਿਆ ਦੀ। ਅੱਜ ਵੀ ਸਾਨੂੰ ਚਾਹੀਦਾ ਕਿ ਜੋ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਸ਼ਸਤਰ ਵਿਦਿਆ ਉਹ ਜ਼ਰੂਰ ਸਿੱਖਣੀ ਚਾਹੀਦੀ ਹੈ। ਤੇ ਸਭ ਤੋਂ ਵੱਧ ਅਭਿਆਸ ਪੈਂਤਰੇ ਦਾ ਵੀ ਕਰਨਾ ਚਾਹੀਦਾ, ਪਰ ਪੈਂਤਰਾ ਕਰਦੇ ਕਰਦੇ ਕਲਗੀਆਂ ਵਾਲੇ ਦੀ ਬਾਣੀ ਵੀ ਪੜ੍ਹਨੀ ਚਾਹੀਦੀ ਹੈ। ਕਿਉਂਕਿ ਜਦੋਂ ਸ਼ਸਤਰ ਵਿਦਿਆ ਦੇ ਨਾਲ ਨਾਲ ਸ਼ਾਸਤਰ ਵਿਦਿਆ ਜੁੜ ਜਾਂਦੀ ਹੈ, ਗੁਰੂ ਕੀ ਬਾਣੀ ਚੱਲਣ ਲੱਗ ਜਾਂਦੀ ਹੈ ਤੇ ਖਾਲਸਾ ਜੀ ਸ਼ਸਤਰਾਂ ਦੇ ਵਿੱਚ ਵੀ ਫਿਰ ਸਤਿਗੁਰੂ ਆਪ ਵਰਤਣ ਲੱਗ ਜਾਂਦੇ ਨੇ। ਕਲਗੀਧਰ ਪਾਤਸ਼ਾਹ ਦੀ ਰਹਿਮਤ ਵਰਤਣ ਲੱਗ ਜਾਂਦੀ ਹੈ। ਹੁਣ ਜਦੋਂ ਗੋਲੀਆਂ ਚਲਾਉਂਦੇ ਨੇ, ਤੀਰ ਚਲਾਉਂਦੇ, ਕਹਿੰਦੇ ਬਾਬਾ ਬਘੇਲ ਸਿੰਘ ਬੜੀ ਫੁਰਤੀ ਦੇ ਨਾਲ ਉਹਨਾਂ ਦੇ ਤੀਰਾਂ ਤੋਂ ਬਚਦੇ ਬਚਦੇ ਖਾਲਸਾ ਜੀ ਉਹਨਾਂ ਦੇ ਵਿੱਚ ਰਲ ਕੇ ਉਹਨਾਂ ਦਾ ਹੀ ਸੋਧਾ ਲਾਉਂਦੇ ਨੇ। ਉਨਕੇ ਸ਼ਸਤਰ ਉਨ ਲਗ ਪਾਹੇ। ਖਾਲਸਾ ਜੀ ਕਹਿੰਦੇ ਜਦੋਂ ਉਹ ਸਿਪਾਹੀ ਕਿਤੇ ਬੰਦੂਕ ਦੇ ਨਾਲ ਗੋਲੀ ਦਾ ਨਿਸ਼ਾਨਾ ਬਣਦੇ ਕਿ ਇਸ ਘੋੜੇ ਦੇ ਕੋਲ ਜਾਂ ਇਸ ਸਿਪਾਹੀ ਕੋਲ ਬਾਬਾ ਬਘੇਲ ਸਿੰਘ ਖੜਿਆ, ਸਿਪਾਹੀਆਂ ਨੇ ਨਿਸ਼ਾਨਾ ਬੰਨਣਾ, ਕਹਿੰਦੇ ਉਹਨਾਂ ਦੇ ਗੋਲੀ ਚਲਾਉਂਦੇ ਚਲਾਉਂਦੇ ਹੀ ਬਾਬੇ ਬਘੇਲ ਸਿੰਘ ਨੇ ਪੈਂਤਰੇ ਨਾਲ ਫੁਰਤੀ ਦੇ ਨਾਲ ਦੂਸਰੇ ਸਿਪਾਹੀ ਕੋਲ ਪਹੁੰਚ ਜਾਣਾ ਤੇ ਜਿਹੜਾ ਨਿਸ਼ਾਨਾ ਬਘੇਲ ਸਿੰਘ ਤੇ ਬੰਨਿਆ ਹੁੰਦਾ ਸੀ ਉਹ ਗੋਲੀ ਉਹਨਾਂ ਦੇ ਸਿਪਾਹੀ ਨੂੰ ਜ਼ਖਮੀ ਕਰ ਦਿੰਦੀ ਸੀ। ਸੋ ਇਸ ਤਰ੍ਹਾਂ ਕਹਿੰਦੇ ਉਹਨਾਂ ਦੀ ਗੋਲੀਆਂ ਦੇ ਨਾਲ ਉਹਨਾਂ ਦੇ ਸਿਪਾਹੀ ਮਰਨ ਲੱਗ ਪਏ। ਇਸ ਤਰ੍ਹਾਂ 1.25 ਲੱਖ ਗੁਰੂ ਕੇ ਸਿੰਘ ਨੇ ਖਾਲਸਾ ਜੀ 105 ਸਿਪਾਹੀਆਂ ਦਾ ਮੁਕਾਬਲਾ ਕੀਤਾ। ਰਾਤ ਹਨੇਰੀ ਸਮਝ ਨਾ ਆਹੇ। ਹੁਣ ਜਿਹੜੇ ਉਹ ਮੁਗਲ ਹਕੂਮਤ ਦੇ ਸਿਪਾਹੀ ਸੀ ਉਹਨਾਂ ਨੂੰ ਰਾਤ ਸੀ ਕਿਉਂਕਿ ਅੰਮ੍ਰਿਤ ਵੇਲਾ ਹੋਇਆ ਸੀ, ਪਹੁ ਫੁਟਾਲੇ ਸੀ, ਉਹਨਾਂ ਨੂੰ ਵੀ ਹਨੇਰੀ ਰਾਤ ਵਿੱਚ ਸਮਝ ਨਹੀਂ ਸੀ ਆਉਂਦਾ ਕਿ ਇੰਨੀ ਫੁਰਤੀ ਦੇ ਨਾਲ ਬਘੇਲ ਸਿੰਘ ਕਿੱਥੇ ਜਾ ਰਿਹਾ ਹੈ। ਕਿਸੈ ਨੇਜਾ ਕਿਸ ਮਾਰੈ ਤਲਵਾਰ। ਕਿਸੇ ਸਿਪਾਹੀ ਨੂੰ ਜਾ ਕੇ ਬਾਬੇ ਬਘੇਲ ਸਿੰਘ ਨੇ ਨੇਜਾ ਮਾਰਨਾ ਤੇ ਖਾਲਸਾ ਜੀ ਕਿਸੇ ਸਿਪਾਹੀ ਨੂੰ ਜਾ ਕਰਕੇ ਆਪਣੇ ਸ਼੍ਰੀ ਸਾਹਿਬ ਦਾ ਵਾਰ ਕਰਕੇ ਵਿਖਾਉਣਾ। ਇਸ ਤਰ੍ਹਾਂ ਬਾਬੇ ਬਘੇਲ ਸਿੰਘ ਨੇ ਫੁਰਤੀ ਦੇ ਨਾਲ ਮੁਕਾਬਲਾ ਕੀਤਾ। ਉੱਪਰ ਘੋੜਿਓ ਸਿੰਘ ਤੁਰਕ ਦੇ ਡਾਰ। ਜਿਹੜੇ ਖਾਲਸਾ ਜੀ ਤੁਰਕ ਘੋੜਿਆਂ ਦੇ ਉੱਤੇ ਚੜੇ ਹੋਏ ਸੀ, ਬਾਬਾ ਬਘੇਲ ਸਿੰਘ ਨੇ ਜਦੋਂ ਨਿਸ਼ਾਨੇ ਬੰਨਣੇ ਸ਼ੁਰੂ ਕੀਤੇ, ਕਹਿੰਦੇ ਆਪਣੇ ਨੇਜਿਆਂ ਦੇ ਨਾਲ ਟੰਗ ਟੰਗ ਕੇ ਖਾਲਸਾ ਜੀ ਘੋੜਿਆਂ ਤੋਂ ਸਿਪਾਹੀਆਂ ਨੂੰ ਥੱਲੇ ਗੇਰਨਾ ਸ਼ੁਰੂ ਕਰ ਦਿੱਤਾ। ਇੱਕ ਹੁਤੋ ਭਤੀਜੋ ਉਸ ਫੌਜਦਾਰ। ਹੁਣ ਉਸ ਜਿਹੜਾ ਫੌਜਦਾਰ ਚੜ ਕੇ ਆਇਆ ਸੀ ਨਾ, ਉਹ ਫੌਜਦਾਰ ਦਾ ਇੱਕ ਭਤੀਜਾ ਸੀ, ਉਹ ਵੀ ਫੌਜਾਂ ਦੇ ਵਿੱਚ ਸ਼ਾਮਲ ਸੀ। ਰੌਲੋ ਗੌਲਾ ਮਹਿ ਵਹਿ ਭਇਓ ਮਾਰ। ਕਹਿੰਦੇ ਜੰਗ ਦੇ ਮੈਦਾਨ ਦੇ ਅੰਦਰ ਰੋਲੇ ਗੋਲੇ ਦੇ ਅੰਦਰ ਖਾਲਸਾ ਜੀ ਉਹ ਫੌਜਦਾਰ ਦਾ ਭਤੀਜਾ ਵੀ ਮਾਰਿਆ ਗਿਆ। ਕਿਆ ਜਾਣੋ ਕਿਸ ਤੈ ਲੱਗ ਗਈ। ਕੋਈ ਪਤਾ ਨਹੀਂ ਕਿ ਕਿਸ ਦੀ ਗੋਲੀ ਜਾ ਕੇ ਉਹਦੇ ਭਤੀਜੇ ਨੂੰ ਵੱਜੀ, ਕਿਉਂਕਿ ਨਿਸ਼ਾਨਾ ਬੰਨ੍ਹਦੇ ਸੀ ਬਘੇਲ ਸਿੰਘ ਦਾ, ਪਰ ਗੋਲੀ ਉਹਨਾਂ ਦੇ ਸਿਪਾਹੀਆਂ ਨੂੰ ਹੀ ਵੱਜ ਜਾਂਦੀ ਸੀ। ਨਾਏ ਬਘੇਲ ਸਿੰਘ ਫਤਿਹ ਸੋ ਆਈ। ਸੋ ਇਸ ਤਰ੍ਹਾਂ ਖਾਲਸਾ ਜੀ ਵੇਖੋ ਗੁਰੂ ਕੇ ਸਿੱਖ ਨੇ ਉੱਥੇ ਫਤਿਹ ਪਾਈ, ਫਤਿਹ ਭਈ ਮਨ ਜੀਤ। ਬਾਬਾ ਬਘੇਲ ਸਿੰਘ ਦੀ ਇੱਥੇ ਫਤਿਹ ਹੋਈ। ਪਰ ਵੇਖੋ ਖਾਲਸਾ ਜੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਗੁਰੂ ਕੇ ਸਿੰਘ ਕੈਸਾ ਉਹਨਾਂ ਦੇ ਅੰਦਰ ਜਜ਼ਬਾ ਸੀ, ਕੈਸੀ ਉਹਨਾਂ ਦੇ ਅੰਦਰ ਤਾਕਤ ਸੀ, ਕਿੰਨਾ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਬਾਣੀ ਬਾਣੇ ਨਾਲ ਪਿਆਰ ਸੀ ਕਿ ਸਾਹਮਣੇੋਂ ਭਾਵੇਂ 100 ਤੋਂ ਵੱਧ ਸਿਪਾਹੀ ਵੀ ਚੜ ਕੇ ਆ ਗਿਆ, ਪਰ ਖਾਲਸਾ ਜੀ ਸਿੰਘ ਦਾ ਹੌਸਲਾ ਨਹੀਂ ਟੁੱਟਿਆ। ਕਿਉਂਕਿ ਆਪਾਂ ਵੇਖਦੇ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸੂਰਮੇ ਖਵਾਉਂਦੇ, ਜਦੋਂ ਸਾਹਮਣੇ ਕਿਤੇ 5-10 ਜਾਣੇ ਵੱਧ ਆ ਕੇ ਘੇਰਾ ਪਾ ਲੈਣ ਤੇ ਵੱਡੇ ਵੱਡੇ ਫਿਰ ਖਾਲਸਾ ਜੀ ਬਿਲਡਰ ਵੀ ਵਾਪਸ ਨੂੰ ਭੱਜਣ ਲੱਗ ਜਾਂਦੇ ਕਿ ਮੁਕਾਬਲਾ ਨਹੀਂ ਹੋਣਾ।
ਪਰ ਗੁਰੂ ਕੇ ਸਿੰਘ ਕੋਲ ਕੇਵਲ ਤਲਵਾਰ ਤੇ ਕੇਵਲ ਇੱਕ ਬਰਛਾ ਤੇ ਸਾਹਮਣੇ 100 ਤੋਂ ਵੱਧ ਸਿਪਾਹੀ ਚੜ ਕੇ ਆ ਗਿਆ, ਪਰ ਬਾਬਾ ਬਘੇਲ ਸਿੰਘ ਨੇ ਪਿੱਠ ਨਹੀਂ ਵਿਖਾਈ, ਬਲਕਿ ਉਹਨਾਂ ਦਾ ਮੁਕਾਬਲਾ ਕਰਕੇ ਬਾਬੇ ਬਘੇਲ ਸਿੰਘ ਨੇ ਉੱਥੇ ਫਤਿਹ ਪਾਈ। ਤੇ ਖਾਲਸਾ ਜੀ ਇਸੇ ਕਰਕੇ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਲਿਖਿਆ ਗਿਆ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੇ ਕਿਰਪਾ ਕਰਕੇ ਕੱਲਾ ਖਾਲਸੇ ਨੂੰ ਇਹ ਨਹੀਂ ਕਿਹਾ ਕਿ ਮਾਲਾ ਹੀ ਫੇਰਨੀ ਹੈ। ਅੰਮ੍ਰਿਤ ਵੇਲੇ ਗੁਰੂ ਕੇ ਸਿੰਘ ਨੇ ਜਿੱਥੇ ਮਾਲਾ ਫੇਰਨੀ ਹੈ, ਨਿਤਨੇਮ ਕਰਨਾ ਹੈ, ਬਾਣੀ ਦਾ ਅਭਿਆਸ ਕਰਨਾ ਹੈ, ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੋ 52 ਬਚਨ ਨੇ, ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜ ਨੇ ਜੋ 52 ਬਚਨ ਕੀਤੇ, ਉੱਥੇ ਮਹਾਰਾਜ ਨੇ ਇਹ ਬਚਨ ਵੀ ਕੀਤਾ ਕਿ ਗੁਰੂ ਕੇ ਸਿੱਖ ਵਾਸਤੇ ਸ਼ਸਤਰ ਵਿਦਿਆ ਦਾ ਅਭਿਆਸ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਤਾਂ ਆਪ ਦੀ ਰੱਖਿਆ ਵਾਸਤੇ ਤੇ ਦੂਸਰਾ ਉਸ ਦੀ ਰੱਖਿਆ ਵਾਸਤੇ ਜਿਹਦੇ ਉੱਤੇ ਪਾਪ ਹੋ ਰਿਹਾ ਹੋਵੇ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤੇ ਸ਼ਸਤਰ ਵਿਦਿਆ ਦਾ ਅਭਿਆਸੀ ਹੋਣਾ, ਤੇ ਗੁਰੂ ਕੇ ਸਿੱਖ ਨੇ ਘੋੜ ਸਵਾਰੀ ਵੀ ਜ਼ਰੂਰ ਕਰਨੀ। ਇਹ ਨਹੀਂ ਕਿ ਸਮਾਂ ਬਦਲ ਜਾਵੇ ਤੇ ਸਿੱਖ ਕਵੇ ਵੀ ਹੁਣ ਘੋੜਿਆਂ ਦਾ ਸਮਾਂ ਨਹੀਂ, ਬਲਕਿ ਸਰੀਰ ਦੀ ਕਸਰਤ ਵਾਸਤੇ, ਆਪਣੇ ਸਰੀਰ ਦੇ ਸਹੀ ਸੰਭਾਲ ਵਾਸਤੇ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਘੋੜ ਸਵਾਰੀ ਵੀ ਗੁਰੂ ਕੇ ਸਿੱਖ ਨੇ ਕਰਨੀ। ਸੋ ਖਾਲਸਾ ਜੀ ਅੱਜ ਵੀ ਸਾਨੂੰ ਚਾਹੀਦਾ ਆਪਣੇ ਇਤਿਹਾਸ ਤੋਂ ਸੇਧ ਲੈ ਕਰਕੇ ਬਾਣੀ ਬਾਣੇ ਦੇ ਧਾਰਨੀ ਹੋਈਏ। ਜਿੱਥੇ ਬਾਣੀ ਦੇ ਅਭਿਆਸੀ ਆ ਉੱਥੇ ਸ਼ਸਤਰ ਵਿਦਿਆ ਦੇ ਅਭਿਆਸੀ ਵੀ ਹੋਈਏ, ਤਾਂ ਹੀ ਜਾ ਕਰਕੇ ਕਲਗੀਧਰ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਹੋਵਾਂਗੇ। ਤੋ ਲਓ ਆਨ ਪਿਆਦੇ ਪਏ। ਸੋ ਖਾਲਸਾ ਜੀ ਹੁਣ ਜਿਹੜੇ ਪਿਆਦੇ ਸੀ, ਪੈਦਲ ਸਵਾਰ ਸਿਪਾਹੀ ਸੀਗੇ, ਉਹ ਆਣ ਕਰਕੇ ਪੈ ਗਏ। ਮਾਰ ਗੋਲੀ ਸਿੰਘ ਪੱਟ ਭੰਨ ਗਏ। ਤੇ ਖਾਲਸਾ ਜੀ ਇੱਕ ਪੈਦਲ ਸਿਪਾਹੀ ਨੇ ਆਪਣਾ ਨਿਸ਼ਾਨਾ ਬੰਨਿਆ। ਕਹਿੰਦੇ ਬਾਬਾ ਬਘੇਲ ਸਿੰਘ ਆਪਣੀ ਤਲਵਾਰ ਦੇ ਨਾਲ ਦੂਸਰੇ ਸਿਪਾਹੀ ਦਾ ਮੁਕਾਬਲਾ ਕਰਦੇ ਸੀ, ਛਾਤੀ ਤੋਂ ਵਾਰ ਨਹੀਂ ਸੀ ਹੋ ਰਿਹਾ ਕਿਸੇ ਤੋਂ। ਖਾਲਸਾ ਜੀ ਉਹਨਾਂ ਨੇ ਫਿਰ ਪਿੱਠ ਤੋਂ ਵਾਰ ਕੀਤਾ। ਪਿੱਠ ਤੋਂ ਵਾਰ ਕਰਕੇ ਬਾਬਾ ਬਘੇਲ ਸਿੰਘ ਦੇ ਪੱਟ ਦਾ ਨਿਸ਼ਾਨਾ ਬੰਨਿਆ ਤੇ ਗੋਲੀ ਚਲਾ ਦਿੱਤੀ। ਇਹ ਸੱਚ ਹੈ ਵੀ ਗੁਰੂ ਕੇ ਸਿੱਖਾਂ ਦਾ ਜਦੋਂ ਕੋਈ ਮੁਕਾਬਲਾ ਕਰਦਾ ਨਾ ਆਮਣੇ ਸਾਹਮਣੇ, ਤੇ ਗੁਰੂ ਕੇ ਸਿੱਖ ਕਦੇ ਵੀ ਆਮਣੇ ਸਾਹਮਣੇ ਮੁਕਾਬਲੇ ਵਿੱਚ ਨਹੀਂ ਮਾਰੇ ਜਾਂਦੇ। ਸਿੱਖ ਮਰਦਾ ਹੀ ਉਦੋਂ ਹੈ ਜਦੋਂ ਖਾਲਸਾ ਜੀ ਕੋਈ ਪਿੱਠ ਤੇ ਆ ਕਰਕੇ ਵਾਰ ਕਰਦਾ ਹੈ। ਜੇ ਸਿੱਖਾਂ ਦੀ ਪਿੱਠ ਤੇ ਵਾਰ ਕੋਈ ਨਾ ਕਰੇ, ਗਦਾਰੀ ਨਾ ਕਰਨ, ਤੇ ਸਿੱਖਾਂ ਨੂੰ ਕੋਈ ਮਾਰ ਨਹੀਂ ਸਕਦਾ। ਸੋ ਬਘੇਲ ਸਿੰਘ ਜੀ ਦੇ ਪੱਟ ਦਾ ਨਿਸ਼ਾਨਾ ਬੰਨ ਕਰਕੇ ਇੱਕ ਪੈਦਲ ਸਿਪਾਹੀ ਨੇ ਖਾਲਸਾ ਜੀ ਗੋਲੀ ਚਲਾ ਦਿੱਤੀ। ਚਲੀ ਬੰਦੂਕ ਸਿੰਘਨ ਸੁਨ ਪਾਈ। ਸੋ ਖਾਲਸਾ ਜੀ ਜਦੋਂ ਬੰਦੂਕ ਚੱਲੀ ਤੇ ਬਾਬਾ ਬਘੇਲ ਸਿੰਘ ਜੀ ਨੇ ਬੰਦੂਕ ਚੱਲਣ ਦੀ ਆਵਾਜ਼ ਆਪਣੇ ਕੰਨਾਂ ਨਾਲ ਸੁਣ ਲਈ। ਨਿਕਲ ਸਿੰਘਨ ਦਈ ਭਜਾਏ ਲੜਾਈ। ਤੇ ਖਾਲਸਾ ਜੀ ਗੁਰੂ ਕੇ ਸਿੰਘ ਭੱਜ ਕਰਕੇ ਲੜਾਈ ਹੋਰ ਵੀ ਤੇਜ਼ ਕਰ ਦਿੱਤੀ। ਦੋਹਰਾ ਹੋਏ ਚਾਲੂ ਫੁਜਦਾਰ, ਮੁੜ ਉਤਰਿਓ ਕੰਬੋ ਕੀ ਜਾਏ। ਹੁਣ ਖਾਲਸਾ ਜੀ ਜਦੋਂ ਇੱਕ ਸਿੰਘ ਦਾ ਵੀ ਮੁਕਾਬਲਾ ਇੰਨੇ ਸਿਪਾਹੀ ਨਾ ਕਰ ਸਕੇ ਨਾ, ਤੇ ਫੌਜਦਾਰ ਨੇ ਵੇਖ ਲਿਆ ਵੀ ਇਹਨਾਂ ਨੂੰ ਮੈਂ ਸਮਝਿਆ ਸੀ ਮਾਮੂਲੀ ਜੀ ਬਾਤ ਹੈ ਕਿ ਜਾਵਾਂਗਾ, ਜਾ ਕਰਕੇ ਗ੍ਰਿਫਤਾਰ ਕਰਾਂਗਾ ਤੇ ਲਾਹੌਰ ਪੇਸ਼ ਕਰ ਦਿਆਂਗਾ, ਪਰ ਇਹਨਾਂ ਦਾ ਮੁਕਾਬਲਾ ਕਰਨਾ ਛੋਟੀ ਜਿਹੀ ਟੁਕੜੀ ਦੇ ਵੱਸ ਦੀ ਗੱਲ ਨਹੀਂ। ਇਸ ਕਰਕੇ ਜਿਹੜਾ ਫੌਜਦਾਰ ਸੀ ਦੁਬਾਰਾ ਵਾਪਸ ਮਾੜੀ ਕੰਬੋ ਕੇ ਜਾ ਕਰਕੇ ਉਤਰ ਗਿਆ ਕਿ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਥੋੜੀ ਤਿਆਰੀ ਵੱਧ ਕਰਨੀ ਪਵੇਗੀ, ਤੇ ਵੱਧ ਤਿਆਰੀ ਦੇ ਨਾਲ ਹੀ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਮਾਰਿਆ ਜਾ ਸਕਦਾ ਹੈ। ਉਨ ਡੇਰ ਲਾਹੌਰ ਰੁਖ ਕੀਓ, ਫਿਰ ਯਾਦ ਨਵਾਬ ਹੈ ਪਾਏ। ਤੇ ਫੌਜਦਾਰ ਨੇ ਫੈਸਲਾ ਲਿਆ ਵੀ ਨਵਾਬ ਜਿਹੜਾ ਲਾਹੌਰ ਦਾ, ਉਹਦੇ ਕੋਲ ਜਾ ਕਰਕੇ ਫਰਿਆਦ ਕਰਦੇ ਆ, ਤਾਂ ਜਾ ਕੇ ਲਾਹੌਰ ਦਾ ਨਵਾਬ ਸਾਡੀ ਫਰਿਆਦ ਸੁਣ ਕੇ ਆਪਣੀਆਂ ਫੌਜਾਂ ਭੇਜੇਗਾ, ਤੇ ਜਦੋਂ ਲਾਹੌਰ ਦੀ ਫੌਜ ਵੱਧ ਗਿਣਤੀ ਦੇ ਵਿੱਚ ਆਵੇਗੀ ਫਿਰ ਇਹ ਸਿੰਘਾਂ ਨੂੰ ਮਾਰ ਮਕਾਉਣਾ ਸੌਖਾ ਹੋ ਜਾਵੇਗਾ। ਚੌਪਈ ਖਾਨ ਬਹਾਦਰ ਹੁਤੋ ਨਵਾਬ। ਖਾਲਸਾ ਜੀ ਇਹ ਖਾਨ ਬਹਾਦਰ, ਇਹ ਸੀ ਲਾਹੌਰ ਦਾ ਨਵਾਬ ਜਿਹਨੂੰ ਗੁਰੂ ਕਾ ਖਾਲਸਾ ਖਾਨੂ ਕਹਿ ਕਰਕੇ ਬੁਲਾਇਆ ਕਰਦਾ ਸੀਗਾ। ਜਿਸ ਦਾ ਔਰੰਗਜ਼ੇਬ ਨੂੰ ਔਰੰਗਾ ਕਹਿ ਦੇਣਾ, ਇਸ ਤਰ੍ਹਾਂ ਕਹਿੰਦੇ ਖਾਨ ਬਹਾਦਰ ਨੂੰ ਗੁਰੂ ਕੇ ਸਿੰਘਾਂ ਨੇ ਖਾਨੂ ਕਹਿ ਕੇ ਬੁਲਾਇਆ ਕਰਨਾ। ਵਹ ਤੁਰਿਓ ਦਿਖਾਵਨ ਆਪਣੋ ਬਾਪ। ਖਾਲਸਾ ਜੀ ਉਹ ਜਿਹੜਾ ਫੌਜਦਾਰ ਸੀ ਉਹ ਆਪਣੇ ਸਿਪਾਹੀਆਂ ਨੂੰ ਫੱਟੜ ਹੀ ਲੈ ਗਿਆ ਨਵਾਬ ਦੇ ਦਰਬਾਰ ਦੇ ਵਿੱਚ ਕਿ ਜਾ ਕਰਕੇ ਮੈਂ ਆਪਣੇ ਸਿਪਾਹੀਆਂ ਦਾ ਹਾਲ ਵਿਖਾਵਾਂਗਾ ਕਿ ਸਿੱਖਾਂ ਨੇ ਮੇਰੇ ਸਿਪਾਹੀਆਂ ਦਾ, ਮੇਰੀ ਫੌਜਾਂ ਦਾ ਕੀ ਹਾਲ ਕਰਕੇ ਛੱਡਿਆ।
ਸੋ ਇਸ ਤਰ੍ਹਾਂ ਕਹਿੰਦੇ ਆਪਣਾ ਹਾਲ ਵਿਖਾਉਣ ਵਾਸਤੇ, ਆਪਣਾ ਹਾਲ ਦੱਸਣ ਵਾਸਤੇ ਲਾਹੌਰ ਦੇ ਨਵਾਬ ਕੋਲ ਪਹੁੰਚ ਗਿਆ। ਸੁਨ ਸਿੰਘਨ ਕਈਨ ਸੋਚ ਪਈ। ਹੁਣ ਜਦੋਂ ਬਾਬਾ ਬਘੇਲ ਸਿੰਘ ਜੀ ਸ਼ਹੀਦ ਹੋ ਗਏ, ਉਧਰੋਂ ਖਾਲਸਾ ਜੀ ਉਹ ਲਾਹੌਰ ਪਹੁੰਚਿਆ, ਇਧਰੋਂ ਬਾਬਾ ਬਘੇਲ ਸਿੰਘ ਦੀ ਸ਼ਹੀਦੀ ਵੀ ਹੋਈ, ਤੇ ਖਾਲਸਾ ਜੀ ਜਿਹੜੇ ਸਿੰਘ ਸੀ ਉਹ ਵੀ ਸੋਚੀ ਪੈ ਗਏ ਕਿ ਇਹ ਕੀ ਭਾਣਾ ਵਰਤ ਗਿਆ। ਇਸ ਤਰ੍ਹਾਂ ਸ਼ਹਾਦਤ ਤੋਂ ਬਾਅਦ ਸਾਰੇ ਗੁਰੂ ਕੇ ਸਿੰਘ ਸੋਚਾਂ ਵਿਚਾਰਾਂ ਵਿੱਚ ਪੈ ਗਏ। ਤਾਰੇ ਸਿੰਘ ਪਹਿ ਆਨ ਇਮ ਕਹੀ। ਤੇ ਉਹਨਾਂ ਗੁਰੂ ਕਿਆਂ ਸਿੰਘਾਂ ਨੇ ਖਾਲਸਾ ਜੀ ਆ ਕਰਕੇ ਬਾਬਾ ਤਾਰਾ ਸਿੰਘ ਵਾਂ ਵਾਲਿਆਂ ਨੂੰ ਸਾਰੀ ਦਾਸਤਾਂ ਦੱਸੀ ਕਿ ਕਿਸ ਤਰ੍ਹਾਂ ਫੌਜਾਂ ਚੜ੍ਹ ਕੇ ਆਈਆਂ ਤੇ ਗੁਰੂ ਕੇ ਸਿੱਖ 1.25 ਲੱਖ ਨੇ ਬਾਬੇ ਬਘੇਲ ਸਿੰਘ ਨੇ ਜਾ ਕਰਕੇ ਮੁਕਾਬਲਾ ਕੀਤਾ। ਇਹ ਸਾਰੀ ਵਾਰਤਾਲਾਪ ਬਾਬੇ ਤਾਰਾ ਸਿੰਘ ਵਾਹ ਵਾਲਿਆਂ ਨੂੰ ਆ ਕੇ ਦੱਸਦੇ ਨੇ। ਅਬ ਤੋ ਫਤਿਹ ਤੁਮਾਰੀ ਭਈ। ਤੇ ਖਾਲਸਾ ਜੀ ਉਹ ਕਹਿਣ ਲੱਗੇ ਕਿ ਹੁਣ ਤਾਂ ਭਾਈ ਤੁਹਾਡੀ ਫਤਿਹ ਹੋਈ ਹੈ, ਤੁਹਾਡੀ ਜਿੱਤ ਹੋਈ ਹੈ। ਜਦੋਂ ਸ਼ਹੀਦਾਂ ਦਾ ਲਹੂ ਡੁੱਲਦਾ ਹੈ, ਜਦੋਂ ਕਿਸੇ ਗੁਰੂ ਕੇ ਸਿੱਖ ਦਾ ਲਹੂ ਧਰਤੀ ਤੇ ਡੁੱਲਦਾ ਹੈ, ਤੇ ਖਾਲਸੇ ਦੀ ਹਾਰ ਨਹੀਂ ਹੁੰਦੀ, ਬਲਕਿ ਸ਼ਹੀਦਾਂ ਦੇ ਲਹੂ ਡੁੱਲਣ ਤੋਂ ਬਾਅਦ ਸਦਾ ਖਾਲਸੇ ਦੀ ਜਿੱਤ ਹੁੰਦੀ ਹੈ। ਇਸੇ ਕਰਕੇ ਖਾਲਸਾ ਜੀ ਸ਼ਾਹ ਮੁਹੰਮਦ ਨੇ ਵੀ ਕਿਹਾ, ਸ਼ਾਹ ਮੁਹੰਮਦਾ ਅੰਤ ਨੂੰ ਉਹੀ ਹੋਣਾ ਜੋ ਕਰੂਗਾ ਖਾਲਸਾ ਪੰਥ ਮੀਆਂ, ਕਿ ਜੋ ਖਾਲਸੇ ਪੰਥ ਨੇ ਗੁਰਮਤਾ ਪਕਾਉਣਾ ਅਸਲ ਵਿੱਚ ਹੁੰਦਾ ਉਹੀ ਹੈ। ਫੌਜਾਂ ਜਿੰਨੀ ਮਰਜ਼ੀ ਵੱਧ ਗਿਣਤੀ ਵਿੱਚ ਆਉਣ, ਸਿੰਘ ਮੁੱਠੀ ਭਰ ਵੀ ਹੋਣ, ਪਰ ਖਾਲਸਾ ਜੀ ਜਿੱਤ ਜਾਂਦੇ ਨੇ। ਇਹ ਵੇਖਣ ਵਿੱਚ ਆਇਆ ਕਈ ਵਾਰ ਜਿੱਤ ਐਸੀ ਹੁੰਦੀ ਹੈ ਕਿ ਗੁਰੂ ਕੇ ਖਾਲਸੇ ਹਾਰ ਕੇ ਵੀ ਜਿੱਤ ਜਾਂਦੇ ਨੇ, ਪਰ ਜਿਹੜੇ ਚੜ੍ਹ ਕੇ ਆਉਂਦੇ ਨੇ ਉਹ ਜਿੱਤ ਕੇ ਵੀ ਹਾਰ ਜਾਂਦੇ ਨੇ। ਜਿਹੜੇ ਚਮਕੌਰ ਦੀ ਗੜੀ ਵਿੱਚ ਚੜ੍ਹ ਕੇ ਗਏ, ਭਾਵੇਂ ਇੱਕ ਵਾਰ ਨੁਕਸਾਨ ਕੀਤਾ, ਪਰ ਖਾਲਸਾ ਜੀ 40 ਮੁੱਠੀ ਭਰ ਸਿੰਘ ਉਹ ਖਤਮ ਹੋ ਕਰਕੇ ਵੀ ਜਿੱਤ ਗਏ। ਤੇ ਜਿਹੜੇ 10 ਲੱਖ ਫੌਜ ਚੜ੍ਹ ਕੇ ਆਏ ਸੀ ਉਹ ਜਿੱਤ ਕਰਕੇ ਵੀ ਹਾਰ ਗਏ, ਕਿਉਂਕਿ ਔਰੰਗੇ ਦਾ ਤੇ ਉਹਨਾਂ ਫੌਜਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ। ਚਮਕੌਰ ਦੀ ਗੜੀ ਵਿੱਚ ਜਿਹੜੇ ਜਿਹੜੇ ਹਾਕਮ ਜਰਨੈਲ ਚੜ੍ਹ ਕੇ ਗਏ, ਔਰੰਗਾ ਚੜ੍ਹ ਕੇ ਗਿਆ, ਉਹਨਾਂ ਫੌਜਾਂ ਦਾ, ਉਸ ਔਰੰਗੇ ਦਾ ਕੋਈ ਨਾਮ ਨਹੀਂ ਜਾਣਦਾ, ਨਾਮੋ ਨਿਸ਼ਾਨ ਮਿਟ ਗਿਆ। ਪਰ ਜਿਹੜੇ ਗੁਰੂ ਕੇ ਸਿੰਘਾਂ ਨੂੰ ਮਕਾਉਣ ਵਾਸਤੇ ਗਏ ਸਨ, ਉਹਨਾਂ ਦੇ ਨਿਸ਼ਾਨ ਅੱਜ ਵੀ ਝੁਲਦੇ ਨੇ। ਸੋ ਇਸੇ ਤਰ੍ਹਾਂ ਜਿਹੜੇ ਬਾਬਾ ਬਘੇਲ ਸਿੰਘ ਤੇ ਚੜ੍ਹ ਕੇ ਗਏ, ਉਸ ਪੱਟੀ ਦੇ ਹਾਕਮ ਦੀ ਜੜ ਪੱਟੀ ਗਈ, ਉਸ ਪੱਟੀ ਦੇ ਹਾਕਮ ਦੀਆਂ ਫੌਜਾਂ ਦਾ ਨੁਕਸਾਨ ਹੋਇਆ, ਪਰ ਬਾਬੇ ਬਘੇਲ ਸਿੰਘ ਦਾ ਨਾਮ ਅੱਜ ਵੀ ਇਤਿਹਾਸ ਦੇ ਵਿੱਚ ਬੋਲਦਾ ਹੈ। ਅਬ ਹੋਏ ਜਾਵੋ ਕਿਤ ਛਈ ਮਈ। ਸੋ ਖਾਲਸਾ ਜੀ ਪਰ ਗੁਰੂ ਕੇ ਸਿੰਘ ਕਹਿਣ ਲੱਗੇ ਵੀ ਹੁਣ ਗੁਰੂ ਕੇ ਸਿੰਘਾਂ ਨੂੰ, ਗੁਰੂ ਕੇ ਖਾਲਸੇ ਨੂੰ ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਜਾ ਕਰਕੇ ਇਹਨਾਂ ਦਾ ਸੋਧਾ ਲਾਈਏ, ਜਿਹੜੇ ਗੁਰੂ ਘਰ ਤੇ ਗੁਰੂ ਕੇ ਸਿੰਘਾਂ ਤੇ ਵਾਦੀ ਕਰਦੇ ਨੇ। ਇਸ ਤੋਂ ਬਾਅਦ ਕਿਸ ਤਰ੍ਹਾਂ ਬਾਬਾ ਤਾਰਾ ਸਿੰਘ ਜੀ ਵਾਂ ਵਾਲੇ ਉਹ ਤਿਆਰੀਆਂ ਕੱਸਦੇ ਨੇ ਆਪਣੀ ਸ਼ਹਾਦਤ ਦੇਣ ਵਾਸਤੇ, ਕਿਸ ਤਰ੍ਹਾਂ ਗੁਰੂ ਖਾਲਸੇ ਪੰਥ ਵਾਸਤੇ ਗੁਰੂ ਕੇ ਸਿੰਘਾਂ ਦੀ ਜ਼ਿੰਮੇਵਾਰੀ ਚੱਕਦੇ ਹੋਏ ਖੁਦ ਰਣ ਤੱਤੇ ਦੇ ਅੰਦਰ ਜੂਝਦੇ ਨੇ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਤੇ ਅਰਦਾਸ ਕਰਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋ ਸੁਣਿਆ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਮਹਾਰਾਜ ਸਾਨੂੰ ਵੀ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਣ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਆਓ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪਿਆਰ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਕਥਾ ਵਿਚਾਰ ਬੜੇ ਪ੍ਰੇਮ ਪਿਆਰ ਸ਼ਰਧਾ ਪੂਰੀ ਚੜ੍ਹਦੀ ਕਲਾ ਵਿੱਚ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ